ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 18 ਤੇ ਹੇਠੋਂ 2 4 5 ਪੰਕਤੀ ਛੱਡ ਕੇ 2 ਨੰਬਰ ਤੋਂ ਬਾਅਦ ਤ੍ਰੇ ਬਿਦ ਕਰਮ ਕਮਾਈਆਂ ਆਸ ਅੰਦੇਸ਼ਾ ਹੋਏ, ਕਿਉਂ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਆ ਸੁਖ ਹੋਏ। ਨਿਜ ਕਰ ਮਹਿਲ ਪਛਾਣੀਐ ਨਜ਼ਰ ਕਰੇ ਮਲ ਤੋਏ। ਤ੍ਰੇ ਬਿਦ ਮਾਇਆ ਦੇ 3 ਸਰੂਪ ਨੇ, ਇੱਕ ਰਜੋ ਗੁਣ, ਇੱਕ ਤਮੋ ਗੁਣ, ਇੱਕ ਸਤੋ ਗੁਣ। ਇਨਕੇ ਤ੍ਰੇ ਬਿਦ 3 ਤਰੀਕਿਆਂ ਨਾਲ ਮਾਇਆ ਦੇ ਅਧੀਨ ਰਹਿਣ ਵਾਲਾ ਮਨੁੱਖ 3 ਤਰੀਕਿਆਂ ਨਾਲ ਕਰਮ ਕਰਦਾ ਰਹਿੰਦਾ। ਜਾਂ ਤਾਂ ਰਜੋ ਗੁਣੀ ਹੋ ਕੇ ਕਰਮ ਕਰਦਾ, ਜਾਂ ਤਮੋ ਗੁਣੀ ਹੋ ਕੇ ਕਰਮ ਕਰਦਾ, ਜਾਂ ਸਤੋ ਗੁਣੀ ਹੋ ਕੇ ਕਰਮ ਕਰਦਾ। ਤਮੋ ਗੁਣੀ ਉਹ ਇਨਸਾਨ ਹੁੰਦਾ ਜਿਹੜਾ ਟੋਟਲ ਅਗਿਆਨੀ ਹੋਵੇ, ਜਿਹੜਾ ਉਹ ਕੰਮ ਕਰੇ ਨਾ ਉਹਨੂੰ ਆਪ ਨੂੰ ਫਾਇਦਾ ਨਾ ਕੋਈ ਸੰਸਾਰ ਨੂੰ ਫਾਇਦਾ। ਜਿਵੇਂ ਨਸ਼ਈ ਨੇ, ਨਾ ਇਹਨਾਂ ਨੂੰ ਕੋਈ ਫਾਇਦਾ ਹੈ ਨਾ ਕੋਈ ਲੋਕਾਂ ਨੂੰ ਫਾਇਦਾ। ਦੂਜੇ ਕਿਸਮ ਦੇ ਲੋਕ ਰਜੋ ਗੁਣੀ, ਜਿਨ੍ਹਾਂ ਦਾ ਉਦੇਸ਼ ਹੁੰਦਾ ਤਰੱਕੀ ਕਰਨਾ, ਪਰ ਉਹ ਕਹਿੰਦੇ ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ ਮੇਰਾ ਫਾਇਦਾ ਹੋਣਾ ਚਾਹੀਦਾ। ਉਹ ਆਪਣੇ ਫਾਇਦੇ ਲਈ ਦੂਜੇ ਦਾ ਨੁਕਸਾਨ ਕਰਨ ਨੂੰ ਵੀ ਤਿਆਰ ਹੋ ਜਾਂਦੇ ਵੀ ਮੈਂ ਤਰੱਕੀ ਕਰਾਂ, ਅੱਗੇ ਵਧਾਂ। ਤੀਜੇ ਉਹਦੇ ਨੇ ਸਤੋ ਗੁਣੀ, ਜਿਹੜੇ ਭਲੇ ਕਰਮ ਕਰਦੇ ਉਹਨਾਂ ਨੂੰ ਸਤੋ ਗੁਣੀ ਕਹਿੰਦੇ। ਮਾਇਆ ਦੇ 3 ਪ੍ਰਕਾਰ ਦੇ ਤ੍ਰੇ ਮੈਨੇ 3 1 2 3 ਪਾਕਿਸਤਾਨ ਦੇ ਵਿੱਚ 3 ਨਹੀਂ ਸੀ ਕਹਿੰਦੇ ਹੁੰਦੇ, ਜੋ ਗਿਣਤੀ ਕਰ ਕਹਿੰਦੇ 1 2 3। ਹਿੰਦੁਸਤਾਨ ਜਦੋਂ ਆ ਮਾਲ ਵਿੱਚ ਸਾਨੂੰ ਥਾਂ ਮਿਲਿਆ, ਸਕੂਲੇ ਲੱਗ ਗਿਆ, ਉੱਥੇ ਜਦੋਂ ਗਿਣਤੀ ਕੀਤੀ 1 2 3 ਮੈਂ ਕਿਹਾ, ਬਾਕੀ ਕਲਾਸ ਦੇ ਹੱਸ ਪਏ। ਟੀਚਰ ਕੁਦਰਤੀ ਪਾਕਿਸਤਾਨ ਤੋਂ ਆਇਆ ਹੋਇਆ ਸੀ, ਉਹ ਕਹਿੰਦੇ ਹੱਸੋ ਨਾ ਓਏ, ਮੁੰਡਾ ਠੀਕ ਪੜ੍ਹ ਰਿਹਾ। ਇੱਧਰ ਜਿਹੜਾ ਮਾਲ ਵਿੱਚ 1 2 3 ਕਹਿੰਦੇ ਨੇ, ਪਾਕਿਸਤਾਨ 'ਚ 1 2 3 ਕਹਿੰਦੇ ਸੀ। ਮੁੰਡਾ ਗਿਣਤੀ ਠੀਕ ਕਰ ਰਿਹਾ ਹੈ। ਸੋ ਤ੍ਰੇ ਬਿਦ ਕਰਮ ਕਮਾਈਆਂ, ਮਾਇਆ ਦੇ ਅਧੀਨ ਰਹਿ ਕੇ ਮਨੁੱਖ 3 ਪ੍ਰਕਾਰ ਦੇ ਕਰਮ ਕਰਦਾ, ਜਾਂ ਰਜੋ ਗੁਣੀ, ਜਾਂ ਸਤੋ ਗੁਣੀ, ਜਾਂ ਤਮੋ ਗੁਣੀ। ਇਹ ਤਿੰਨੋਂ ਪ੍ਰਕਾਰ ਦੇ ਕਰਮਾਂ ਦੇ ਵਿੱਚ ਆਸ ਅੰਦੇਸ਼ਾ ਹੋਏ, ਇੱਛਾਵਾਂ ਵੱਧਦੀਆਂ ਨੇ, ਫਿਰ ਚਿੰਤਾ ਹੁੰਦੀ। ਅੰਦੇਸ਼ਾ ਚਿੰਤਾ, ਸੱਸੇ ਦੇ ਪੈਰ ਬਿੰਦੀ ਲਾ ਕੇ ਪੜ੍ਹਨਾ। ਅੰਦੇਸ਼ਾ ਬਣੇ ਫਿਕਰ, ਚਿੰਤਾ। ਕਿਉਂਕਿ ਜਿੱਥੇ ਇੱਛਾ ਹੋਏਗੀ ਉੱਥੇ ਚਿੰਤਾ ਹੋਏਗੀ ਹੀ ਹੋਏਗੀ, ਜਿੰਨਾ ਚਿਰ ਇੱਛਾ ਪੂਰੀ ਨਹੀਂ ਹੋ ਜਾਂਦੀ। ਸਾਡੀ ਇੱਕ ਇੱਛਾ ਪੂਰੀ ਹੁੰਦੀ ਹੈ, ਦੂਜੀ ਖੜੀ ਹੋ ਜਾਂਦੀ ਹੈ, ਫਿਰ ਉਹਦੇ ਲਈ ਚਿੰਤਾ ਹੈ। ਤੁਹਾਡਾ ਬੱਚਾ ਪੈਦਾ ਹੋਇਆ 2.5 ਸਾਲਾਂ ਦਾ, ਤੁਹਾਨੂੰ ਚਿੰਤਾ ਲੱਗ ਗਈ ਇਹਨੂੰ ਅੱਛੇ ਸਕੂਲ ਦਾਖਲਾ ਮਿਲ ਜਾਏ। ਜਿੰਨਾ ਚਿਰ ਦਾਖਲਾ ਮਿਲ ਨਹੀਂ ਜਾਂਦਾ ਤੁਹਾਨੂੰ ਚਿੰਤਾ ਲੱਗੀ ਰਹੇਗੀ। ਦਾਖਲਾ ਮਿਲ ਗਿਆ, ਫਿਰ ਚਿੰਤਾ ਹੈ ਪੜ੍ਹਾਈ 'ਚ ਹੁਸ਼ਿਆਰ ਹੋਵੇ। ਚਲੋ ਪੜ੍ਹੀ ਗਿਆ, ਪੜ੍ਹਾਈ ਪੂਰੀ ਕਰ ਲਈਏ, ਫਿਰ ਚਿੰਤਾ ਹੈ ਇਹਨੂੰ ਨੌਕਰੀ ਮਿਲ ਜਾਏ। ਨੌਕਰੀ ਮਿਲ ਗਈ, ਫਿਰ ਚਿੰਤਾ ਹੈ, ਇੱਛਾ ਹੈ, ਜਿੱਥੇ ਇੱਛਾ ਤੇ ਚਿੰਤਾ ਹੋਏਗੀ। ਇਹਦੇ ਵਿਆਹ ਹੋ ਜਾਏ, ਵਿਆਹ ਹੋ ਗਿਆ, ਫਿਰ ਚਿੰਤਾ ਹੈ ਇਹਦੇ ਘਰ ਬੱਚਾ ਹੋਵੇ। ਉਹ ਲੜਕੀ ਹੋ ਗਈ ਹੈ, ਫਿਰ ਚਿੰਤਾ ਹੈ ਲੜਕਾ ਹੋਵੇ। ਐਂ ਹੀ ਬਸ ਮਨੁੱਖ ਸਾਰੀ ਉਮਰ ਚਿੰਤਾ 'ਤੇ ਰਹਿੰਦਾ ਹੈ। ਜਿੱਥੇ ਇੱਛਾ ਹੋਏਗੀ ਉੱਥੇ ਚਿੰਤਾ ਹੋਏਗੀ, ਆਸ ਅੰਦੇਸ਼ਾ ਹੋਏ।
ਕਿਉਂ ਗੁਰ ਬਿਨ ਤ੍ਰਿਕੁਟੀ ਛੁਟਸੀ। ਕਿਉਂ ਦਾ ਮਤਲਬ ਕਿਸ ਤਰ੍ਹਾਂ। ਗੁਰੂ ਤੋਂ ਬਿਨਾਂ ਇਹ ਜੇ ਤ੍ਰਿਕੁਟੀ ਹੈ, ਇਹ ਤ੍ਰਿਵਿਧ ਕਰਮ ਹਨ। ਇਹ ਮਾਇਆ ਦੀ ਤ੍ਰਿਕੁਟੀ, ਰਜੋ ਸਤੋ ਤਮੋ ਦੇ ਕੱਟ ਨੂੰ ਤ੍ਰਿਕੁਟੀ ਕਹਿੰਦੇ ਹਨ। ਇਹ ਮਾਇਆ ਦੀ ਤ੍ਰਿਕੁਟੀ ਗੁਰੂ ਤੋਂ ਬਿਨਾਂ ਨਹੀਂ ਛੁੱਟ ਸਕਦੀ। ਸਹਿਜ ਮਿਲੇ ਸੁਖ ਹੋਏ। ਸਹਿਜ ਹੁੰਦਾ ਪਰਮਾਤਮਾ। ਜਦੋਂ ਮਨੁੱਖ ਸਹਿਜ ਵਿੱਚ ਪਰਮਾਤਮਾ ਵਿੱਚ ਮਿਲ ਜਾਂਦਾ ਹੈ, ਫਿਰ ਇਹਨੂੰ ਸੁੱਖ ਦੀ ਪ੍ਰਾਪਤੀ, ਫਿਰ ਇਹ ਸਦੀਵੀ ਸੁੱਖ ਹੋ ਜਾਂਦਾ। ਫਿਰ ਇਹਦੀ ਚਿੰਤਾ ਫਿਕਰ ਕੁਛ ਨਹੀਂ ਰਹਿੰਦਾ। ਕਿਉਂ? ਉਸ ਟੋਟਲ ਪਰਮਾਤਮਾ 'ਤੇ ਨਿਰਭਰ ਹੋ ਜਾਂਦਾ ਹੈ। ਉਹਦੇ ਅੰਦਰ ਇੱਛਾ ਹੀ ਕੋਈ ਨਹੀਂ ਹੁੰਦੀ। ਉਸ ਦੀ ਆਪਣੀ ਇੱਛਾ ਹੀ ਨਹੀਂ ਕੋਈ ਹੁੰਦੀ। ਇੱਛਾ ਹੀ ਨਹੀਂ, ਇਸ ਲਈ ਚਿੰਤਾ ਨਹੀਂ। ਚਿੰਤਾ ਨਹੀਂ, ਇਸ ਲਈ ਕੋਈ ਦੁੱਖ ਨਹੀਂ। ਨਿਜ ਕਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ। ਨਦਰ ਹੁੰਦੀ ਕਿਰਪਾ ਦ੍ਰਿਸ਼ਟੀ। ਜਦੋਂ ਪਰਮਾਤਮਾ ਕਿਸੇ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ, ਮਲ ਧੋਏ, ਉਹਦੇ ਮਨ ਦੀ ਮੈਲ ਧੋ ਦਿੰਦਾ ਹੈ, ਮਨ ਸਾਫ਼ ਕਰ ਦਿੰਦਾ ਹੈ। ਜਦੋਂ ਮਨ ਸਾਫ਼ ਹੋ ਜਾਂਦਾ, ਨਿਜ ਕਰ ਮਹਿਲ ਪਛਾਣੀਐ, ਮਨੁੱਖ ਨੂੰ ਆਪਣੇ ਘਰ ਵਿੱਚ ਹੀ, ਆਪਣੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਮਹਿਲ ਲੱਭ ਜਾਂਦਾ ਹੈ। ਭਾਵ ਮਨੁੱਖ ਨੂੰ ਆਪਣੇ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਪਰਮਾਤਮਾ ਫਿਰ ਕਿਰਪਾ ਕਰਦਾ ਹੈ, ਮਨ ਦੀ ਮੈਲ ਧੋ ਦਿੰਦਾ ਹੈ, ਮਨ ਸ਼ੁੱਧ ਅਤੇ ਪਵਿੱਤਰ ਹੋ ਜਾਂਦਾ ਹੈ। ਇਸ ਲਈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ। ਗੁਰੂ ਤੋਂ ਬਿਨਾਂ ਮਨ ਦੀ ਮੈਲ ਨਹੀਂ ਲੈਂਦੀ, ਅਤੇ ਹਰੀ ਤੋਂ ਬਿਨਾਂ ਹਰੀ ਦੇ ਘਰ 'ਚ ਵਾਸ ਨਹੀਂ ਹੋ ਸਕਦਾ। ਕਿਉਂ? ਜੇ ਹਰੀ ਮਿਲੇਗਾ ਤਾਂ ਤਾਂ ਹੀ ਉਹਦੇ ਘਰ 'ਚ ਜਾਵਾਂਗੇ ਨਾ। ਗੁਰੂ ਤੋਂ ਬਿਨਾਂ ਮੈਲ ਨਹੀਂ ਉਤਰਦੀ। ਜਦੋਂ ਗੁਰੂ ਹੋਏਗਾ, ਸਾਡੇ ਮਨ ਦੀ ਮੈਲ ਲੈ ਜਾਏਗੀ, ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ। ਉਹਦੇ ਘਰ 'ਚ ਸੱਚਖੰਡ 'ਚ ਸਾਡਾ ਵਾਸ ਹੋ ਜਾਏਗਾ। ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਫਿਰ ਉਹ ਮਨੁੱਖ ਹਮੇਸ਼ਾ ਇੱਕ ਸ਼ਬਦ ਪਾ ਗੁਰਮੰਤਰ ਵਿਚਾਰੀਐ ਭਾਵ ਜਪਣਾ। ਫਿਰ ਉਹ ਗੁਰਮੰਤਰ ਦਾ ਜਾਪ ਕਰਦਾ ਰਹਿੰਦਾ, ਅਵਰ ਤਿਆਗੈ ਆਸ, ਅਤੇ ਹੋਰ ਇੱਛਾ ਹੀ ਤਿਆਗ ਦਿੰਦਾ ਹੈ, ਹੋਰ ਇੱਛਾ ਹੀ ਛੱਡ ਦਿੰਦਾ ਹੈ। ਸਿਰਫ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਜਦੋਂ ਕਦੇ ਸੋਝੀ ਆ ਜਾਵੇ ਕਿ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ, ਬੰਦਾ ਮੰਗਣਾ ਹੀ ਹਟ ਜਾਂਦਾ। ਅਸੀਂ ਉਹਨਾਂ ਚਿਰ ਹੀ ਮੰਗਦੇ ਰਹਿੰਦੇ ਹਾਂ ਜਿੰਨਾ ਚਿਰ ਸਾਨੂੰ ਇਹ ਗਿਆਨ ਹੀ ਨਹੀਂ ਕਿ ਪਰਮਾਤਮਾ ਦੇ ਨਾਮ ਵਿੱਚ ਸਭ ਕੁਛ ਹੈ। ਬਿਨ ਬੋਲਿਆ ਸਭ ਕੁਛ ਜਾਣਦਾ। ਸਾਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ, ਮੰਗਣ ਦੀ ਤਾਂ ਲੋੜ ਹੀ ਨਹੀਂ। ਉਹ ਸਾਰਾ ਕੁਛ ਜਾਣਦਾ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ। ਸਾਡਾ ਕੰਮ ਹੈ ਨਾਮ ਜਪੀ ਜਾਣਾ। ਜੋ ਸਾਡੀ ਜਾਇਜ਼ ਇੱਛਾ ਹੈ ਉਹ ਪਰਮਾਤਮਾ ਨੇ ਆਪੇ ਪੂਰੀ ਕਰ ਦੇਣੀ। ਜੋ ਨਜਾਇਜ਼ ਹੈ ਉਹ ਨਾਮ ਜਪਣ ਵਾਲੇ ਦੀ ਉਹਨੇ ਪੂਰੀ ਨਹੀਂ ਕਰਨੀ। ਕਿ ਉਹਨੂੰ ਪਤਾ ਹੈ ਜੇ ਮੈਂ ਇਹਦੀ ਨਜਾਇਜ਼ ਇੱਛਾ ਪੂਰੀ ਕਰਤੀ, ਇਹੀ ਨਾਮ 'ਚ ਰੁਕਾਵਟ ਹੋ ਜਾਏਗੀ। ਪਰਮਾਤਮਾ ਸਾਡੀ ਉਹ ਇੱਛਾ ਹੀ ਨਹੀਂ ਪੂਰੀ ਕਰਦਾ ਜਿਸ ਨਾਲ ਸਾਨੂੰ ਬਾਅਦ 'ਚ ਤਕਲੀਫ ਹੋਵੇ। ਇਸ ਲਈ ਨਾਮ ਜਪਣ ਵਾਲਾ ਮੰਗਦਾ ਹੀ ਨਹੀਂ ਹੈ। ਉਹ ਸਿਰਫ ਅਤੇ ਸਿਰਫ ਪਰਮਾਤਮਾ ਨੂੰ ਮੰਗਦਾ ਕਿ ਹੇ ਸੱਚੇ ਪਾਤਸ਼ਾਹ ਤੂੰ ਮੈਨੂੰ ਮਿਲ। ਬਸ ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਨਜ਼ਦੀਕ ਜਾਈ ਜਾਵਾਂਗੇ, ਪਰਮਾਤਮਾ ਦੇ ਨਜ਼ਦੀਕ ਜਾਣ ਦਾ ਕੀ ਢੰਗ ਹੈ? ਉਹਦੇ ਨਾਮ ਜਪੀ ਜਾਣਾ। ਜਿਵੇਂ ਜਿਉਂ-ਜਿਉਂ ਸ਼ਿਮਲੇ ਦੇ ਨਜ਼ਦੀਕ ਜਾਈਏ ਤਿਉਂ-ਤਿਉਂ ਠੰਡ ਵੱਧਦੀ ਜਾਂਦੀ ਹੈ। ਜਿਉਂ-ਜਿਉਂ ਅਸੀਂ ਨਾਮ ਜਪ ਕੇ ਪਰਮਾਤਮਾ ਦੇ ਨਜ਼ਦੀਕ ਜਾਂਦਿਆਂ ਸਾਨੂੰ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਕਿਉਂਕਿ ਪਰਮਾਤਮਾ ਕੋਲੇ ਖੇੜਾ ਹੈ, ਸ਼ਾਂਤੀ ਹੈ, ਸੁੱਖ ਹੈ, ਆਨੰਦ ਹੈ, ਅਮੀਰੀ ਹੈ, ਸਭ ਕੁਛ ਉਹਦੇ ਕੋਲ। ਜਿਵੇਂ ਸ਼ਿਮਲੇ ਦੇ ਕੋਲ ਜਿਉਂ-ਜਿਉਂ ਜਾਓਗੇ ਆਪਾਂ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਏਗੀ। ਇਸ ਤਰ੍ਹਾਂ ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਨਜ਼ਦੀਕ ਜਾਂਦੇ ਹਾਂ ਸੁਖੀ ਹੋਈ ਜਾਂਦੇ ਹਾਂ। ਜਿਉਂ-ਜਿਉਂ ਮਨੁੱਖ ਪਰਮਾਤਮਾ ਤੋਂ ਦੂਰ ਜਾਂਦਾ ਇਹ ਦੁਖੀ ਹੁੰਦਾ ਰਹਿੰਦਾ। ਅਤੇ ਜੇ ਪਰਮਾਤਮਾ ਨੂੰ ਬਿਲਕੁਲ ਭੁੱਲ ਜਾਈਏ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲਣ ਵਾਲੇ ਸਾਰੇ ਦੁੱਖ ਫਿਰ ਲੱਗਦੇ। ਸੋ ਇਸ ਲਈ ਪਰਮਾਤਮਾ ਨੇ ਏਕ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਉਹ ਇੱਕ ਸ਼ਬਦ ਹੀ ਵਿਚਾਰ ਕਰਦਾ ਪਾ, ਇੱਕ ਸ਼ਬਦ ਨਾਮ ਨੂੰ ਜਪਦਾ ਰਹਿੰਦਾ ਹੈ ਅਤੇ ਹੋਰ ਪ੍ਰਕਾਰ ਦੀ ਆਸ ਛੱਡ ਦਿੰਦਾ ਹੈ। ਨਾਨਕ ਦੇਖ ਦਿਖਾਈਏ ਹੋਂ ਸਦ ਬਲਿਹਾਰੈ ਜਸ। ਉਹ ਵਿਅਕਤੀ ਜਿਹੜਾ ਪਰਮਾਤਮਾ ਨੂੰ ਵੇਖ ਕੇ ਦਿਖਾਈਏ ਸਾਨੂੰ ਦਿਖਾ ਦਿੰਦਾ ਹੈ, ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ। ਜਿਹੜਾ ਪਰਮਾਤਮਾ ਨੂੰ ਵੇਖ ਕੇ ਕਹਿੰਦੇ ਮੈਨੂੰ ਪਰਮਾਤਮਾ ਵਿਖਾ ਦੇਵੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਅਤੇ ਉਹ ਗੁਰੂ ਹੈ। ਗੁਰੂ ਨੇ ਪਰਮਾਤਮਾ ਨੂੰ ਦੇਖਿਆ ਹੁੰਦਾ, ਉਹੀ ਫਿਰ ਅੱਗੇ ਸਾਨੂੰ ਪਰਮਾਤਮਾ ਨੂੰ ਵਿਖਾਲਦਾ ਹੈ। ਉਹ ਕੀ ਕਰਦਾ ਸਾਨੂੰ ਢੰਗ ਦੱਸਦਾ ਕਿ ਲੈ ਭਈ ਆਹ ਕੰਮ ਕਰ, ਤੈਨੂੰ ਪਰਮਾਤਮਾ ਸਮਾਂ ਪਾ ਕੇ ਦਿਸ ਪਏਗਾ। ਉਹ ਕਹਿੰਦਾ ਸ਼ੁਭ ਕਰਮ ਕਰੀ ਜਾ ਅਤੇ ਨਾਮ ਜਪੀ ਜਾ, ਸਮਾਂ ਪਾ ਕੇ ਤੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਆਹੀ ਢੰਗ ਹੈ ਪਰਮਾਤਮਾ ਨੂੰ ਮਿਲਣ ਦਾ, ਸ਼ੁਭ ਕਰਮ ਕਰਨੇ। ਕਿਉਂਕਿ ਪਰਮਾਤਮਾ ਬੜਾ ਸਿਆਣਾ ਕਿਸਾਨ ਹੈ। ਗੁਰੂ ਨੇ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਣ। ਪਹਿਲਾਂ ਪਰਮਾਤਮਾ ਧਰਤੀ ਸਾਡੇ ਮਨ ਰੂਪੀ ਧਰਤੀ ਨੂੰ ਸਾਫ਼ ਕਰਦਾ, ਫਿਰ ਨਾਮ ਦਾ ਦਾਣਾ ਬੀਜਦਾ, ਫਿਰ ਬੀਜਦਾ। ਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਕੀਤਾ। ਜੋ ਵੀ ਉਹਨਾਂ ਕੋਲ ਆਇਆ ਜਾਂ ਜਿਸ ਕੋਲ ਵੀ ਉਹ ਗਏ, ਪਹਿਲਾਂ ਉਹਦੀ ਮਨ ਰੂਪੀ ਧਰਤੀ ਸਾਫ਼ ਕੀਤੀ। ਜੋ ਉਹਦੇ 'ਚ ਬੁਰਾਈ ਸੀ ਉਸ ਤੋਂ ਛਡਵਾਈ, ਉਸ ਤੋਂ ਬੁਰਾਈ ਛਡਵਾ ਕੇ ਜੋ ਦੇਖਿਆ ਹਾਂ ਹੁਣ ਠੀਕ ਹੈ, ਫਿਰ ਨਾਮ ਬੀਜਿਆ, ਫਿਰ ਉਹਨੂੰ ਨਾਮ ਦੀ ਦਾਤ ਦਿੱਤੀ। ਇਸ ਤਰ੍ਹਾਂ ਫਿਰ ਪਰਮਾਤਮਾ ਕੀ ਕਰਦਾ ਹੈ, ਜਦ ਅਸੀਂ ਨਾਮ ਜਪੀ ਜਾਂਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਨਾਮ ਜਪੀ ਜਾਂਦੇ ਹਾਂ, ਸ਼ੁਭ ਕਰਮ ਕਰੇ ਨਾਮ ਜਪੀ ਜਾਂਦੇ ਹਾਂ, ਇੱਕ ਦਿਨ ਪਰਮਾਤਮਾ ਆਪਣੇ ਦਰਸ਼ਨ ਸਾਨੂੰ ਦੇ ਦਿੰਦਾ ਹੈ। ਇਹੀ ਜੀਵਨ ਦਾ ਉਦੇਸ਼ ਹੈ। ਉਹਦੇ ਦਰਸ਼ਨ ਕਰਨਾ ਹੀ ਜੀਵਨ ਦਾ ਉਦੇਸ਼ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਸ਼੍ਰੀ ਰਾਗ ਮਹਿਲਾ ਪਹਿਲਾ। ਗੁਰੂ ਨਾਨਕ ਜੀ ਅੱਗੇ ਫਿਰ ਫਰਮਾਨ ਕਰਦੇ ਨੇ, ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੇ ਭਾਏ, ਕੱਲਰ ਕੇਰੀ ਕੰਧ ਜਿਉ ਇਹ ਨਿਸ ਕੇਰ ਢਹਿ ਪਾਏ, ਬਿਨ ਸ਼ਬਦ ਸੁਖ ਨਾ ਥੀਏ ਫਿਰ ਬਿਨ ਦੁਖ ਨਾ ਜਾਏ। ਦੁਹਾਗਣੀ ਹੁੰਦਾ ਛੁੱਟੜ, ਇੱਕ ਤਾਂ ਕੁਆਰੀ ਹੁੰਦੀ ਹੈ, ਇੱਕ ਵਿਆਹੀ ਹੁੰਦੀ ਹੈ, ਇੱਕ ਛੁੱਟੜ ਹੁੰਦੀ ਹੈ। ਵਿਧਵਾ ਨਹੀਂ। ਵਿਧਵਾ ਮੈਂ ਦੇਖਿਆ ਸਬਰ ਕਰ ਲੈਂਦੀ ਵੀ ਠੀਕ ਹੈ ਭਾਈ, ਜਿੰਨੇ ਸਵਾਸ ਮੇਰੇ ਪਤੀ ਦੇ ਲਿਖੇ ਸਨ ਉਹਨੇ ਪੂਰੇ ਕਰ ਲੈਣ। ਜਿਹੜੀ ਦੁਹਾਗਣ ਹੁੰਦੀ ਹੈ, ਛੁੱਟੜ ਹੁੰਦੀ ਹੈ, ਔਖਾ ਉਹਦੇ ਲਈ ਹੈ। ਅਗਲਾ ਵਿਆਹ ਹੋਇਆ ਨਹੀਂ, ਪਹਿਲਾਂ ਰਿਹਾ ਨਹੀਂ, ਉਹਨੂੰ ਕਹਿੰਦੇ ਦੁਹਾਗਣ, ਉਹਨੂੰ ਕਹਿੰਦੇ ਛੁੱਟੜ। ਤ੍ਰਿਗ ਜੀਵਨ ਦੁਹਾਗਣੀ। ਦੁਹਾਗਣ ਦਾ ਜੀਵਨ ਤਿਰਕਾਰ ਯੋਗ ਹੈ, ਕਿਸੇ ਕੰਮ ਦਾ ਨਹੀਂ, ਵਿਅਰਥ ਹੈ। ਹੁਣ ਸਵਾਲ ਪੈਦਾ, ਦੁਹਾਗਣ ਹੋਈ ਕਿਉਂ? ਪਤੀ ਨੇ ਛੱਡਿਆ ਉਹਨੂੰ ਕਿਉਂ? ਜਿਹੜੀ ਔਰਤ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ, ਕਿਸੇ ਹੋਰ ਨੂੰ ਕਰਦੀ ਹੈ, ਪਤੀ ਨੂੰ ਜੇ ਲੱਗ ਜੇ ਪਤਾ ਕਿ ਇਹ ਮੇਰੀ ਥਾਂ 'ਤੇ ਕਿਸੇ ਹੋਰ ਨੂੰ ਪਿਆਰ ਕਰਦੀ ਹੈ, ਪਤੀ ਉਹਨੂੰ ਘਰੋਂ ਕੱਢ ਦਿੰਦਾ, ਭੱਜਾ ਮੈਂ ਨਹੀਂ ਤੇ ਰੱਖਦਾ। ਪਰਮਾਤਮਾ ਨੂੰ ਜਦ ਪਤਾ ਲੱਗਦਾ ਕਿ ਇਹ ਬੰਦਾ ਮੈਨੂੰ ਨਹੀਂ ਪਿਆਰ ਕਰਦਾ, ਮਾਇਆ ਨੂੰ ਪਿਆਰ ਕਰਦਾ, ਉਹ ਕਹਿੰਦਾ ਦਫਾ ਹੋ ਜਾ, ਮੇਰੇ ਘਰੋਂ ਨਿਕਲ।
ਉਹ ਕੱਢ ਦਿੰਦਾ ਆਪਣੇ ਘਰੋਂ। ਇਸ ਕਰਕੇ ਬੰਦਾ ਦੁਖੀ ਰਹਿੰਦਾ ਹੈ। ਅਸੀਂ ਦੁਹਾਗਣਾ ਹਾਂ, ਅਸੀਂ ਛੁੱਟੜ ਹਾਂ। ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਫਿਰ ਮਨਾਉਣ ਦੀ, ਵੀ ਸਾਨੂੰ ਰੱਖ ਲੈ ਆਪਣੇ ਘਰ। ਹਾਂ ਕਹਿੰਦਾ ਆ ਸਕਦੇ ਹੋ, ਸ਼ੁਭ ਕਰਮ ਕਰੋ, ਮੇਰਾ ਨਾਮ ਜਪੋ, ਜਿਹੜਾ ਮੈਨੂੰ ਪਿਆਰ ਕਰੋ, ਫਿਰ ਮੈਂ ਤੁਹਾਨੂੰ ਰੱਖ ਲਾਂਗਾ। ਜੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਮੇਰੇ ਤੋਂ ਬਿਨਾਂ ਹੋਰ ਵੀ ਕਿਸੇ ਨੂੰ ਪਿਆਰ ਕੀਤਾ, ਤੁਹਾਨੂੰ ਫਿਰ ਕੱਢ ਦਾਂਗਾ। ਇਸ ਲਈ ਮਨੁੱਖ ਦਾ ਜਿਹੜਾ ਹੈ ਮਾਇਆ ਨਾਲ ਪਿਆਰ ਹੈ, ਰੱਬ ਨਾਲ ਨਹੀਂ ਹੈ। ਇਸ ਲਈ ਰੱਬ ਨੇ ਸਾਨੂੰ ਘਰੋਂ ਕੱਢਿਆ ਹੋਇਆ, ਅਸੀਂ ਦੁਹਾਗਣਾ ਹਾਂ, ਇਸ ਲਈ ਦੁਖੀ ਹਾਂ। ਸਾਡੇ ਦੁੱਖ ਦਾ ਕਾਰਨ ਆ ਹੈ। ਤ੍ਰਿਗ ਜੀਵਨ ਦੁਹਾਗਨੀ, ਮੁੱਠੀ ਦੂਜੇ ਭਾਏ। ਭਾਏ ਮੈਨੇ ਪਿਆਰ, ਮੁੱਠੀ ਨੇ ਠੱਗੀ ਜਾਣਾ। ਇਹ ਮਾਇਆ ਦੇ ਪਿਆਰ ਕਾਰਨ ਨੂੰ ਠੱਗੀ ਗਈ ਹੈ, ਇਸ ਲਈ ਦੁਹਾਗਣ ਹੋ ਗਈ ਹੈ। ਕੱਲਰ ਕੇਰੀ ਕੰਧ ਜਿਉਂ, ਕੇਰੀ ਮੈਨੇ ਦੀ, ਜਿਵੇਂ ਕੱਲਰ ਦੀ ਕੰਧ ਹੋਵੇ। ਅਹਨਿਸ ਕੇਰ ਟਹਿ ਪਾਏ, ਉਹ ਦਿਨ ਰਾਤ ਕਿਰਦੀ ਰਹਿੰਦੀ ਹੈ। ਕਿਉਂ ਕਲਰ ਹੈ ਨਾ, ਉਹ ਕਿਰਦਾ ਰਹਿੰਦੀ ਜੀ, ਅਤੇ ਫਿਰ ਅਖੀਰ ਨੂੰ ਉਹ ਕੰਧ ਢਹਿ ਜਾਂਦੀ ਹੈ। ਐਂ ਇਹ ਮਨੁੱਖਾ ਸਰੀਰ ਹੈ, ਇਹ ਵੀ ਕਲਰ ਦੀ ਕੰਧ ਹੈ, ਇਹ ਵੀ ਦਿਨ ਰਾਤ ਕਿਰ ਕਿਰ ਕੇ ਢਹਿ ਰਿਹਾ ਹੈ। ਬਿਨ ਸ਼ਬਦੈ ਸੁਖ ਨਾ ਥੀਐ, ਫਿਰ ਬਿਨ ਦੁਖ ਨਾ ਜਾਏ। ਨਾਮ ਤੋਂ ਬਿਨਾ ਸੁਖ ਨਹੀਂ ਹੈ। ਬਿਨ ਸ਼ਬਦੈ, ਸ਼ਬਦ ਤੋਂ ਬਿਨਾ, ਨਾਮ ਤੋਂ ਬਿਨਾ ਸੁਖ ਨਾ ਥੀਐ, ਸੁਖ ਨਹੀਂ ਹੁੰਦਾ। ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ। ਪੰਚਮ ਪਾਤਸ਼ਾਹ ਕਹਿੰਦੇ ਸੁਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਹੈ ਹੀ ਨਹੀਂ। ਬਿਨ ਸ਼ਬਦੈ ਸੁਖ ਨਾ ਥੀਐ, ਫਿਰ ਬਿਨ ਦੁਖ ਨਾ ਜਾਏ। ਪ੍ਰਭੂ ਪਤੀ ਤੋਂ ਬਿਨਾ ਦੁੱਖ ਜਾਂਦਾ ਨਹੀਂ ਹੈ, ਦੁੱਖ ਜਾਂਦਾ ਨਹੀਂ। ਕਿਉਂਕਿ ਨਾਮ ਜਪਾਂਗੇ, ਰੱਬ ਦੇ ਆਖੇ ਲੱਗਾਂਗੇ, ਭਾਵ ਗੁਰਬਾਣੀ ਅਨੁਸਾਰ ਜੀਵਨ ਜੀਵਾਂਗੇ। ਰੱਬ ਨੇ ਜਦੋਂ ਅਸੀਂ ਪੈਦਾ ਹੋਏ ਸੀ ਨਾ, ਸਾਡੇ ਮੱਥੇ 'ਤੇ ਲਿਖਤਾ ਸੀ ਕਿ ਤੁਸੀਂ ਮੇਰੀ ਰਜ਼ਾ ਅਨੁਸਾਰ ਚੱਲਣਾ ਹੈ, ਤੁਸੀਂ ਮੇਰੇ ਹੁਕਮ ਵਿੱਚ ਚੱਲਣਾ ਹੈ। ਮਨੁੱਖ ਉਹਦੇ ਹੁਕਮ 'ਤੇ ਚੱਲਦਾ ਨਹੀਂ, ਇਸ ਲਈ ਧੱਕੇ ਤੋੜੇ ਖਾ ਰਿਹਾ ਹੈ। ਅਸੀਂ ਉਹਦੇ ਹੁਕਮ 'ਚ ਨਹੀਂ ਚੱਲਦੇ। ਸਾਡਾ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੈ। ਗੁਰਬਾਣੀ ਉਹਦਾ ਹੁਕਮ ਹੈ। ਗੁਰਬਾਣੀ ਦੋ ਹੀ ਗੱਲਾਂ ਕਹਿੰਦੀ, ਆਹ ਕਰ, ਆਹ ਨਾ ਕਰ। ਤੁਸੀਂ ਵੀ ਆਪਣੇ ਬੱਚੇ ਨੂੰ ਕਦੇ ਕਹਿੰਦੇ ਆ ਇਹ ਕਰ, ਕਦੇ ਨਾ ਕਹਿੰਦੇ ਓਏ ਇਹ ਨਾ ਕਰ। ਜੋ ਤੁਸੀਂ ਕਹਿੰਦੇ ਕਰ, ਉਹ ਕਰ ਦਿੰਦਾ ਹੈ। ਜੋ ਤੁਸੀਂ ਕਹਿੰਦੇ ਨਾ ਕਰ, ਉਹ ਨਹੀਂ ਕਰਦਾ। ਬਸ ਤੁਹਾਡੀ ਉਸ 'ਤੇ ਖੁਸ਼ੀ ਹੈ, ਤੁਹਾਡੀ ਉਸ 'ਤੇ ਖੁਸ਼ੀ ਹੈ। ਉਹ ਰੌਲਾ ਪਾ ਰਿਹਾ ਤੇ ਕਹ ਚੁੱਪ ਕਰ, ਉਹ ਚੁੱਪ ਹੀ ਨਹੀਂ ਕਰਦਾ, ਉਹ ਚੁੱਪ ਹੀ ਨਹੀਂ ਕਰਦਾ, ਰੌਲਾ ਪਈ ਹੋ ਜਾਂਦਾ। ਫਿਰ ਤੁਹਾਡੀ ਖੁਸ਼ੀ ਤਾਂ ਨਹੀਂ ਨਾ ਹੋਵੇਗੀ। ਇਸੇ ਤਰ੍ਹਾਂ ਪਰਮਾਤਮਾ ਦੀ ਸਾਡੇ ਖੁਸ਼ੀ ਨਹੀਂ ਹੈ। ਉਹ ਕਹਿੰਦਾ ਭਾਈ ਤੂੰ 10 ਨੌਆਂ ਦੀ ਕਿਰਤ ਕਰ, ਇਹ ਠੱਗੀ ਠੋਰੀ, ਹਰਾਮ ਦੀ ਕਮਾਈ ਛੱਡ। ਬੰਦਾ ਛੱਡਦਾ ਹੀ ਨਹੀਂ। ਉਹ ਕਹਿੰਦੇ ਦਫਾ ਹੋ ਫਿਰ। ਸਾਡਾ ਤਾਂ ਬੱਚਿਆਂ ਨੇ ਮੋਹ ਹੈ, ਅਸੀਂ ਤਾਂ ਉਹਨੂੰ ਘਰੋਂ ਕੱਢਦੇ ਨਹੀਂ, ਪਰ ਦਫਾ ਚਲੋ ਗੈਟ ਆਊਟ, ਚਲ ਭਾਈ। ਉਹਦੇ ਸਾਨੂੰ ਕੱਢਤਾ ਉਹਨੇ, ਭੱਜੋ ਕਿੰਨ ਦਫਾ ਹੁੰਦੇ ਨਹੀਂ। ਉਹ ਤਾਕਤਵਰ ਹੈ, ਉਹ ਮੋਹ 'ਚ ਨਹੀਂ ਹੈ ਨਾ, ਉਹ ਮੋਹ 'ਚ ਹੈ ਅਤੇ ਉਹ ਤਾਕਤਵਰੀ ਵੀ ਹੈ। ਜੇ ਅਸੀਂ ਨਹੀਂ ਨਿਕਲਦੇ, ਸਾਨੂੰ ਧੱਕੇ ਮਾਰ ਕੇ ਕੱਢ ਦੇਗੇ। ਜਾਂਦੇ ਹੋ ਕਿ ਨਹੀਂ ਜਾਂਦੇ ਤੁਸੀਂ? ਜਿਵੇਂ ਕਈ ਕਿਰਾਏਦਾਰ ਨੇ, ਨਿਕਲਦੇ ਨਹੀਂ ਹੈਗੇ। ਜੇ ਮਾਲਕ ਫਿਰ ਜ਼ੋਰ ਵਾਲਾ ਹੋ ਨਾ, ਪੋਲੀਟੀਕਲ ਜੋ ਥਾਣੇ ਤੱਕ, ਫਿਰ ਕੱਢਦਾ ਉਹਨੂੰ, ਨਹੀਂ ਤਾਂ ਕਦੇ ਨਹੀਂ ਜਾਂਦੇ। ਇੰਨੇ ਪੈਸੇ ਦੇ ਤਾਂ ਜਾਵਾਂਗੇ, ਤਾਂ ਜਾਵਾਂਗੇ। ਜੇ ਉਹਨਾਂ ਨੂੰ ਪੁੱਛੇ ਵੀ ਜੇ ਤੁਸੀਂ ਕਿਸੇ ਦਾ ਘਰ ਦੱਬਣਾ ਚਾਹੁੰਦੇ ਹੋ, ਕੱਲ੍ਹ ਨੂੰ ਤੁਸੀਂ ਆਪਣੀ ਕੋਠੀ ਪਾ ਲਓ ਅਤੇ ਉਹ ਦੇ ਦਿਓ ਕਿਰਾਏ 'ਤੇ, ਅਤੇ ਫਿਰ ਅਗਲਾ ਤੁਹਾਡੀ ਦੱਬ ਲੈ, ਫਿਰ ਕੀ ਬਣੇਗਾ? ਇਸ ਤਰ੍ਹਾਂ ਸੋਚਦਾ ਹੀ ਨਹੀਂ ਬੰਦਾ। ਮਨੁੱਖ ਮੂਰਖ, ਇੰਨਾ ਮੂਰਖ ਹੈ, ਸੋਚਦੇ ਹੀ ਨਹੀਂ ਕਿ ਅੱਜ ਮੈਂ ਕਿਸੇ ਦਾ ਘਰ ਖਾਲੀ ਨਹੀਂ ਕਰ ਰਿਹਾ, ਕੱਲ੍ਹ ਨੂੰ ਜੇ ਮੇਰਾ ਕਿਸੇ ਨੇ ਕੀਤਾ। ਮੇਰਾ ਇੱਕ ਦੋਸਤ ਸੀ, ਲੰਗੋਟੀਆ ਯਾਰ ਸੀ, ਕਿਰਾਏ 'ਤੇ ਰਹਿੰਦਾ ਸੀ, ਆਪਣੀ ਕੋਠੀ ਪਾ ਲਈ।
ਆਪਣੀ ਕੋਠੀ ਪਾ। ਮੈਂ ਕਿਹਾ ਤੂੰ ਆਪਣੀ ਕੋਠੀ ਜਾਂਦਾ ਨਹੀਂ? ਕਹਿੰਦੇ ਮੈਨੂੰ 400 'ਚ ਮਿਲੀ ਹੈ, ਉਹ ਮੇਰੀ 1100 'ਚ ਚੜ੍ਹ ਰਹੀ ਹੈ। ਕਹਿੰਦਾ ਆਪਾਂ ਛੱਡਦੇ ਹੀ ਨਹੀਂ ਹੈਗੇ। ਮਾਲਕ ਕਹਿੰਦਾ ਚਲੇ ਜਾ ਕੇ ਬਸ ਅੱਜ ਨਿਕਲ ਇਸ ਰਹੀ। ਮੈਂ ਮੇਰੀ ਗੱਲ ਸੁਣ ਲੈ, ਜਾਂ ਤਾਂ ਆਪਣੀ ਕੋਠੀ ਚਲਿਆ ਜਾ, ਨਹੀਂ ਤਾਂ ਜਿਹਨੂੰ ਤੂੰ ਕੋਠੀ ਕਿਰਾਏ 'ਤੇ ਦਿੱਤੀ ਹੈ ਨਾ, ਮੈਂ ਉਹਨੂੰ ਕਹਿ ਦੇਣਾ ਵੀ ਸਰਦਾਰ ਜੀ ਮੇਰਾ ਦੋਸਤ ਹੈਗਾ ਬੇਈਮਾਨ ਹੋ ਗਿਆ, ਉਹ ਪਿਛਲਿਆਂ ਦਾ ਘਰ ਨਹੀਂ ਛੱਡਦਾ, ਤੂੰ ਇਹਦਾ ਨਾ ਛੱਡੀ। ਉਹ ਡਰ ਗਿਆ ਵੀ ਵਾਕਈ ਨੇ ਕਿਤੇ ਜਾ ਕੇ ਕਹਦੇ। ਚਲੇ ਗਏ ਢਿੱਡ ਫੋੜੀ ਸ਼ਾ ਅਗਲੇ ਮਹੀਨੇ। ਹਾਂਜੀ, ਇਹ ਕੀ ਮਤਲਬ ਹੈ? ਤੁਸੀਂ ਆਪਣੀ ਕੋਠੀ ਪਾਈ ਹੋਈ ਹੈ ਅਤੇ ਆਪਣੀ ਕੋਠੀ ਕਿਉਂ ਨਹੀਂ ਜਾਂਦੇ? ਆਪਣੀ ਕੋਠੀ ਜਾਓ। ਉਹਨੂੰ ਅਗੇ ਵਾਕਈ ਨੇ ਕਿਤੇ ਕਹਿ ਦੇ ਵੀ ਤੂੰ ਵੀ ਦੱਬ ਲੈ, ਛੱਡੀ ਨਾ ਤੂੰ, ਬੈਠੇ ਰਹਿਣ ਦੇ ਪੁਰਾਣੀ ਕੋਠੀ। ਸੋ ਇਹੋ ਜਿਹਾ ਮਨੁੱਖ ਹੈ। ਸੋ ਉਹ ਤਾਂ ਚਲੋ ਧੱਕੇ ਨਾਲ ਬੈਠਾ ਵੀ ਰਹੇਗਾ। ਫਿਰ ਅਸੀਂ ਪਾਠ ਦਿੰਦੇ ਹਾਂ, ਫਿਰ ਉਹਨੂੰ ਕੱਢਦੇ ਹਾਂ। ਇਹ ਜਿਹੇ ਫਿਰ ਕੱਢ ਦਿੰਦੇ ਹਾਂ ਅਸੀਂ। ਮੈਂ ਲਾ ਪਾਠ ਕਰ ਐਂ ਆਪਣੇ ਇੱਥੇ ਬੀਬੀ ਸੀ ਕਲੋਨੀ ਜੀ, ਉਹਨਾਂ ਦੀ ਕੋਠੀ ਅੰਮ੍ਰਿਤਸਰ ਸੀ ਰਿਸ਼ਤੇਦਾਰ ਦੀ। ਛੱਡਣ ਹੀ ਨਾ ਕਿਰਾਏਦਾਰ ਜੀ, ਕੈਸਾ ਇੰਨੇ ਹਜ਼ਾਰ ਲਾ ਕੇ ਤਾਂ ਛੱਡਾਂਗੇ। ਉਹ ਮੇਰੇ ਕੋਲ ਮੈਂ ਕੋਈ ਗੱਲ ਨਹੀਂ ਜੀ, ਜਾਂਦੇ ਕਿਵੇਂ ਨਹੀਂ ਇਹ। ਮੈਂ ਪਾੜ ਦਿੱਤਾ ਉਹਨਾਂ ਨੂੰ। 39 ਦੇਣੀ ਕਹਿੰਦੇ ਬੀਬੀ ਜੀ ਸਾਨੂੰ ਨਵਾਂ ਘਰ ਮਿਲ ਗਿਆ ਹੈ ਕਿਰਾਏ 'ਤੇ, ਅਸੀਂ ਉੱਥੇ ਚੱਲੇ ਹਾਂ, ਆਹ ਤੁਹਾਡਾ ਖਾਲੀ ਕਰ ਚੱਲੇ। ਮੈਂ ਹਾਂ ਜਿਹੜੇ ਪਹਿਲਾਂ 40,000 ਮੰਗਦੇ ਸੀ ਗਏ ਨਾ, ਹੁਣ ਜਾਂਦੇ ਰਹੀਏ। ਕਿ ਬਾਣੀ ਗੁਰੂ ਮਾਰੇ ਐਵੇਂ ਹੀ ਸੰਸਾਰ 'ਚ ਲਿਆਂਦੀ ਹੈ। ਇਹ ਤਾਂ ਵੱਡਿਆਂ ਵੱਡਿਆਂ ਨੂੰ ਸਿੱਧੇ ਕਰ ਦਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਬਿਨ ਸ਼ਬਦ ਸੁਖ ਨਾ ਥੀਏ। ਜਿਵੇਂ ਸਾਡੇ ਨਿਰਮਲ ਸਿੰਘ ਜੀ ਸਨ, ਕਹੇ ਜੀ ਮੇਰੇ ਘਰ 'ਚ ਨਾ 133 ਵਾਲੇ ਜਿਹਨਾਂ ਅਸੀਂ ਕਹਿ ਗਏ ਭੂਰੇ ਹੀ ਕੀੜੀਆਂ ਰਾਤ ਸੌਣ ਨਹੀਂ ਦੇ ਮੰਜੇ ਚੜ੍ਹ ਜਾਂਦੀਆਂ ਜੀ। ਮੈਂ ਕੋਈ ਨਹੀਂ ਜੀ, 3 ਦਿਨਾਂ 'ਚ ਸਭ ਭੱਜ ਜਾਣਗੇ ਜਾਂ ਮਰ ਜਾਣਗੀਆਂ। ਦਿੱਤਾ ਪਾਠ ਮੈਂ, ਤੀਜੇ ਦੇ ਢੇਰਾਂ ਦੇ ਢੇਰ ਲੱਗ ਗਏ, ਸਭ ਮਰ ਗਏ। ਮੈਂ ਝਾੜੂ ਫੇਰ ਕੇ ਹੁਣ ਬਾਹਰ ਕੱਢ ਦੇ, ਮੁੜ ਕੇ ਨਹੀਂ ਕੀੜੀ ਕੋਈ ਆਈ। ਮੈਂ ਜਾਂਦੇ ਕਿਵੇਂ ਨਹੀਂ ਹੈਗੀਆਂ? ਜਾਂਦੀਆਂ ਨਹੀਂ ਹੈਗੀਆਂ। ਕਦੇ ਮੈਨੂੰ ਵਿਖਾਇਆ, ਕਹਿੰਦਾ ਦੇਖੋ ਢੇਰਾਂ ਦੇ ਢੇਰ ਮਰ ਗਏ ਸਾਰੇ। ਹਾਂ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਸੀ, ਬੋਲ ਮਾਰਨੀਆਂ ਨੇ ਕਿ ਕੱਢਣੀਆਂ ਨੇ? ਜੇ ਬੇਟਾ ਕਹਿੰਦੇ ਨਹੀਂ ਜੀ ਮਾਰ ਕੱਢਣੇ, ਅਸੀਂ ਉਹਨੂੰ ਕੱਢਦੇ ਨਹੀਂ ਚਾਹੇ। ਚਲੋ ਜੀ, ਉਹਨੇ ਮੈਨੂੰ ਕਿਹਾ ਨਹੀਂ, ਆਪਣੇ ਭੋਗ ਪਤਾ ਚੱਲ ਤੁਰਦੀ ਆ। ਮੈਨੂੰ ਜਾਂਦੇ ਨਹੀਂ, ਜਾਂਦੀਆਂ ਕਿਵੇਂ ਨਹੀਂ ਹੈਗੀਆਂ? ਇਹ ਜੱਟ ਮੇਰੀ ਮੰਨਦੇ। ਮੈਂ ਕੀੜੇ ਮਕੌੜੇ ਦਾ ਕਿਆ ਮਤਲਬ ਫਸਲ 'ਤੇ ਆ ਜਾਣ? ਮੈਂ ਤਾਂ ਉਹਨੂੰ ਪਾੜ ਦੇ। ਮੈਂ ਕਿਹਾ ਸਵਾਲ ਹੀ ਪੈਦਾ ਕੀੜਾ ਮਕੌੜਾ ਤੁਹਾਡੀ ਫਸਲ 'ਚ ਵੜ ਜੇ ਕੋਈ? ਨਹੀਂ, ਉਹਨਾਂ ਨੂੰ ਗੱਲ 'ਚ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਐਂ ਕਿਵੇਂ ਹੋ ਸਕਦਾ? ਇਹ ਦਵਾਈਆਂ ਤੋਂ ਬਿਨਾਂ ਕਿਵੇਂ ਮਰ ਸਕਦੇ? ਮੈਂ ਚੰਗੇ ਲੱਗੇ ਰਹੋ, ਫਿਰ ਨਹੀਂ ਮੌਜ ਕਰੋ ਫਿਰ ਤੁਸੀਂ। ਇੱਕ ਮੇਰੇ ਕੋਲ ਗਿਆ ਬਾਬਾ ਜੀ ਝਾੜ ਘੱਟ ਹੁੰਦਾ। ਅੱਛਾ, ਇੱਕ ਸ਼ਰਤ ਹੈ ਮੈਂ ਤੈਨੂੰ ਪਤਾ ਪਿਛਲੇ ਸਾਲ ਤੇਰੀ ਕਿੰਨੀ ਫਸਲ ਹੋਈ ਸੀ? ਹਾਂ ਕਹਿੰਦਾ ਪਤਾ ਜੀ। ਅੱਛਾ, ਮੈਂ ਤੈਨੂੰ ਦੇਵਾਂਗਾ ਪਾਠ। ਪਿਛਲੇ 19 ਕਿੱਲੇ ਬੀਜੇ ਨੇ? ਕਹਿੰਦਾ 19 ਬੀਜੇ ਨੇ ਜੀ। ਮੈਂ ਪਿਛਲੇ ਸਾਲ ਨੂੰ ਜਿੰਨੀ ਜ਼ਿਆਦਾ ਫਸਲ ਹੋਵੇ ਉਹਦਾ ਦਸਵੰਧ ਜਿੰਨਾ ਬਣੇ ਉਹ ਵੇਚ ਕੇ ਗੁਰਦੁਆਰੇ ਨੂੰ ਦੇ ਜੀ। ਮਨਜ਼ੂਰ ਹੈ? ਕਹਿੰਦੇ ਮਨਜ਼ੂਰ ਹੈ। ਤੁਸੀਂ ਹੈਰਾਨ ਹੋ ਗਏ ਕਿ 30,000 ਰੁਪਈਆ ਦੇ ਕੇ ਗਿਆ। 30,000 ਨੂੰ 10, ਇਹਦਾ ਮਤਲਬ 3 ਲੱਖ ਦੀ ਵੱਧ ਫਸਲ ਹੋ ਗਈ ਪਹਿਲਾਂ ਨਾਲੋਂ। 3 ਲੱਖ ਦੀ ਵੱਧ ਫਸਲ ਹੋ ਗਈ। 30,000 ਗੁਰਦੁਆਰਾ ਸਾਹਿਬ ਨੂੰ ਦੇ ਕੇ ਗਏ। ਇਹ ਬਾਣੀ ਹੈ। ਵਿਸ਼ਵਾਸ ਹੀ ਨਹੀਂ। ਫਿਰ ਉਦੋਂ ਦਾ ਫਿਰ ਉਹਨੂੰ ਵਿਸ਼ਵਾਸ ਹੈ। ਜਦੋਂ ਵੀ ਫਸਲ ਬੀਜਦਾ ਪਹਿਲਾਂ ਪੁੱਛੇਗਾ, ਹਾਂਜੀ ਫਲਾਣੀ ਫਸਲ ਮੈਂ ਬੀਜ ਲਾਂ ਜੀ? ਮੈਂ ਫਲਾਣੇ ਦਿਨ ਬੀਜਣ ਲੱਗਾ ਮੈਂ ਸੁਖ ਹੱਸਦਾ ਨਾ, ਮੈਂ ਪੰਡਿਤ ਨਹੀਂ ਹੈਗਾ ਵੀ ਤੁਹਾਨੂੰ ਸੋਮ ਮੰਗਲਵਾਰ ਬੁੱਧਵਾਰ ਦੱਸਦਾ ਫਿਰ, ਪਰ ਚੱਲ ਤੈਨੂੰ ਮੈਂ ਦੱਸ ਦਿੰਦਾ ਵੀ ਫਲਾਣੇ ਦਿਨ ਬੀਜ ਲਈ ਤੂੰ। ਮੈਂ ਤੂੰ ਨਾਮ ਲੈ ਕੇ ਜਿੱਦੇ ਮਰਜ਼ੀ ਬੀਜ ਲਈ, ਕੋਈ ਗੱਲ ਨਹੀਂ ਹੈਗੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁੱਖ ਨਾ ਜਾਏ। ਸ਼ਬਦ ਤੋਂ ਬਿਨਾਂ ਸੁੱਖ ਨਹੀਂ ਹੈ ਅਤੇ ਪਤੀ ਤੋਂ ਬਿਨਾਂ ਦੁੱਖ ਦੂਰ ਨਹੀਂ ਹੁੰਦਾ।
ਮੁੰਦੇ ਪਿਰ ਬਿਨ ਕਿਆ ਸ਼ਿੰਗਾਰ, ਮੁੰਦੇ ਭਾਵ ਹੈ ਇਸਤਰੀਏ, ਹੈ ਜੀਵ ਇਸਤਰੀਏ, ਪ੍ਰਭੂ ਪਤੀ ਤੋਂ ਬਿਨਾਂ ਕਾਹਦਾ ਸ਼ਿੰਗਾਰ। ਕੁਆਰੀਆਂ ਆਮਤਾ ਤੇ ਸ਼ਿੰਗਾਰ ਨਹੀਂ ਕਰਦੀ, ਹਰ ਸ਼ਿੰਗਾਰ ਪਤੀ ਲਈ ਕੀਤਾ ਜਾਂਦਾ ਹੈ। ਕੁਆਰੀਆਂ ਨੇ ਚੂੜਾ ਪਾਇਆ ਹੋਵੇ ਨਾ, ਸਾਰੇ ਪੁੱਛਣਗੇ ਵਿਆਹ ਕਰਾ ਲਿਆ, ਕਿੱਥੇ ਕਰਾਇਆ, ਉਹ ਕਿ ਨਹੀਂ ਕਰਾਇਆ, ਫਿਰ ਆ ਕਿਉਂ ਪਾਇਆ, ਫਿਰ ਤੁਸੀਂ ਆ ਕਿਉਂ ਪਾਇਆ ਕਹੋਗੇ ਨਾ। ਹਾਰ ਸ਼ਿੰਗਾਰ, ਜਿਵੇਂ ਕੁਆਰੀਆਂ ਕੁੜੀਆਂ ਇਹ ਬੁੱਲ ਨਹੀਂ ਰੰਗਦੀਆਂ, ਨਹੀਂ ਰੰਗਦੀਆਂ। ਜੇ ਕੋਈ ਰੰਗ ਲੈ ਤਾਂ ਉਹ ਕਹੇ ਕਿ ਵਿਆਹ ਕਰਾ ਲੈ, ਕਿਉਂਕਿ ਹਾਰ ਸ਼ਿੰਗਾਰ ਪਤੀ ਲਈ ਕੀਤਾ ਜਾਂਦਾ। ਇਸ ਲਈ ਕਹਿੰਦੇ ਪਤੀ ਤੋਂ ਬਿਨਾਂ ਕਾਹਦਾ ਸ਼ਿੰਗਾਰ ਹੈ। ਮੁੰਦੇ ਪਿਰ ਬਿਨ ਕਿਆ ਸ਼ਿੰਗਾਰ, ਪਤੀ ਤੋਂ ਬਿਨਾਂ ਕਾਹਦਾ ਸ਼ਿੰਗਾਰ ਕਰਨਾ। ਦਰ ਕਰ ਢੋਈ ਨਾ ਲਹੈਂ, ਦਰਗਾਹ ਝੂਠ ਖਾਰ। ਜੇ ਤੂੰ ਸ਼ਿੰਗਾਰ ਕਰੇਂਗੀ ਤੈਨੂੰ ਪਰਮਾਤਮਾ ਦੇ ਦਰ 'ਤੇ, ਪਰਮਾਤਮਾ ਦੇ ਘਰ 'ਚ ਕੋਈ ਢੋਈ ਨਹੀਂ ਮਿਲਣੀ, ਕੋਈ ਆਸਰਾ ਨਹੀਂ ਮਿਲਣਾ। ਕਿਉਂ? ਇਹਦਾ ਮਤਲਬ ਸ਼ਿੰਗਾਰ ਦੂਜਿਆਂ ਲਈ ਕਰ ਰਹੀ ਹੈ। ਇਹਦਾ ਮਤਲਬ ਤੂੰ ਆਪਣੇ, ਜਦ ਤੇਰਾ ਪਤੀ ਹੈ ਹੀ ਨਹੀਂ ਕਹਿੰਦੇ ਅਤੇ ਤੂੰ ਸ਼ਿੰਗਾਰ ਕਰ ਰਹੀ ਹੈ, ਇਹਦਾ ਮਤਲਬ ਫਿਰ ਦੂਜਿਆਂ ਲਈ ਕਰ ਰਹੀ ਹੈ, ਦੂਜਿਆਂ ਲਈ ਕਰ ਰਹੀ। ਦਰ ਕਰ ਢੋਈ ਨਾ ਲਹੈ, ਤੈਨੂੰ ਕਹਿੰਦੇ ਪਰਮਾਤਮਾ ਦੇ ਦਰ, ਪਰਮਾਤਮਾ ਦੇ ਘਰ 'ਚ ਕੋਈ ਓਟ ਆਸਰਾ ਨਹੀਂ ਮਿਲਣਾ। ਦਰਗਾਹ ਝੂਠ ਖੁਆਰ, ਤੂੰ ਇਸ ਝੂਠ ਮਾਇਆ ਨਾਲ ਜੁੜ ਗਈ ਹੈ, ਦਰਗਾਹ ਤੈਨੂੰ ਖੁਆਰ ਹੋਣਾ ਪਵੇਗਾ। ਸੋ ਇਸ ਲਈ ਪਿਆਰ ਕਰਨਾ ਰੱਬ ਨੂੰ ਕਰਨਾ। ਹਾਂ, ਰੱਬ ਨੂੰ ਪਿਆਰ ਹੈ, ਬਸ ਸ਼ਿੰਗਾਰ ਹੀ ਸ਼ਿੰਗਾਰ ਹੈ। ਪਿਆਰ ਆਪਣੇ ਆਪ 'ਚ ਹੀ ਸ਼ਿੰਗਾਰ ਹੈ, ਪਿਆਰ ਆਪਣੇ ਆਪ 'ਚ ਹੀ ਸ਼ਿੰਗਾਰ ਹੈ। ਇਸ ਲਈ ਕਹਿੰਦੇ ਪਤੀ ਤੋਂ ਬਿਨਾਂ, ਕਹਿੰਦੇ ਪ੍ਰਭੂ ਪਤੀ ਤੋਂ ਬਿਨਾਂ ਕਾਹਦਾ ਸ਼ਿੰਗਾਰ। ਆਪ ਸੁਜਾਨ ਨਾ ਭੁੱਲੇ, ਸੱਚਾ ਵਡ ਕਿਰਸਾਨ। ਪਹਿਲਾਂ ਧਰਤੀ ਸਾਧ ਕੈ, ਸਚ ਨਾਮ ਦੇ ਦਾਨ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਆਪ ਸੁਜਾਨ, ਸਿਆਣਾ, ਜਾਣੀ ਜਾਣ ਜਿਹਨੂੰ ਆਪਾਂ ਕਹਿੰਦੇ, ਪਰਮਾਤਮਾ ਸਿਆਣਾ ਹੈ, ਜਾਣੀ ਜਾਣ, ਨਾ ਭੁੱਲੇ, ਉਹ ਗਲਤੀ ਨਹੀਂ ਕਰਦਾ। ਸੱਚਾ ਵਡ ਕਿਰਸਾਨ, ਉਹ ਤਾਂ ਬਹੁਤ ਵੱਡਾ ਕਿਸਾਨ ਹੈ, ਉਹ ਭੁੱਲ ਨਹੀਂ ਕਰਦਾ, ਉਹ ਸਿਆਣਾ ਹੈ। ਪਹਿਲਾ ਧਰਤੀ ਸਾਧ ਕੇ, ਸਾਧ ਹੁੰਦਾ ਸੋਧਣਾ, ਠੀਕ ਕਰਨਾ, ਸਾਫ਼ ਕਰਨਾ। ਪਹਿਲਾਂ ਧਰਤੀ ਨੂੰ ਸਾਫ਼ ਕਰਦਾ ਹੈ, ਸੱਚ ਨਾਮ ਦੇ ਦਾਨ, ਫਿਰ ਨਾਮ ਦਾ ਦਾਣਾ ਬੀਜਦਾ ਹੈ। ਪਹਿਲਾਂ ਮਨੁੱਖ ਦੇ ਮਨ ਰੂਪੀ ਧਰਤੀ ਨੂੰ ਸਾਫ਼ ਕਰਦਾ, ਫਿਰ ਪਰਮਾਤਮਾ ਦੇ ਨਾਮ ਦਾ ਬੀਜ ਬੀਜਦਾ ਹੈ। ਉਹ ਕਹਿੰਦਾ ਸਿਆਣਾ ਕਿਸਾਨ ਹੈ, ਉਹ ਗੰਦੀ ਮੰਦੀ ਧਰਤੀ, ਉੱਚੀ ਨੀਵੀਂ ਧਰਤੀ ਦੇ ਵਿੱਚ ਬੀਜ ਨਹੀਂ ਬੀਜਦਾ। ਉੱਚੀ ਨੀਵੀਂ, ਅੰਦਰ ਹਉਮੈ ਹੈ, ਉੱਚੀ ਹੈ। ਜਿੱਥੇ ਅੰਦਰ ਹਉਮੈ ਹੈ ਉੱਥੇ ਨਹੀਂ ਬੀਜਦਾ, ਪਹਿਲਾਂ ਧਰਤੀ ਪੱਧਰ ਕਰਦਾ। ਉੱਚੀ ਨੀਵੀਂ ਧਰਤੀ 'ਚੋਂ ਨਹੀਂ ਬੀਜ ਬੀਜਦਾ, ਪਹਿਲਾਂ ਧਰਤੀ ਨੂੰ ਪੱਧਰ ਕਰ, ਜਿਵੇਂ ਕਿਸਾਨ ਕਰਾਹ ਲਾ ਕੇ ਧਰਤੀ ਪੱਧਰ ਕਰਦਾ ਹੈ, ਫਿਰ ਸਾਫ ਸੁਥਰਾ ਕਰਦਾ। ਪਹਿਲਾਂ ਵਾਰੀ ਵਾਰੀ ਹਲ ਵਾਹੁੰਦੇ ਸਨ, ਫਿਰ ਸੁਹਾਗਾ ਫੇਰਦੇ ਸਨ, ਫਿਰ ਕੁਝ ਦਿਨ ਹਲ ਵਾਹੁੰਦੇ ਸਨ, ਫਿਰ ਸੁਹਾਗਾ ਫੇਰਦੇ ਸਨ, ਫਿਰ ਹਲ ਵਾਹੁੰਦੇ ਸਨ, ਫਿਰ ਸੁਹਾਗਾ ਫੇਰਦੇ ਸਨ। ਜਿੰਨਾ ਘਾਹ ਸੀ ਹੌਲੀ ਹੌਲੀ ਸੁੱਕ ਜਾਂਦਾ ਸੀ, ਅਤੇ ਜਿਹੜੇ ਮਿੱਟੀ ਦੇ ਡਲੇ ਡੁਲੇ ਹੁੰਦੇ ਸਨ ਉਹ ਸਾਰੇ ਨਰਮ ਹੋ ਜਾਂਦੇ, ਇੱਕ ਸਾਰ ਬਰੀਕ ਮਿੱਟੀ ਹੋ ਜਾਂਦੀ ਸੀ। ਫਿਰ ਜਦੋਂ ਵੱਤਰ ਹੁੰਦੇ ਸੀ ਮਿੱਟੀ, ਫਿਰ ਉਹਦੇ ਵਿੱਚ ਬੀਜ ਬੀਜਦਾ ਸੀ, ਸਾਫ ਸੁਥਰਾ ਕਰਕੇ। ਜਿਵੇਂ ਅੱਜ ਕੱਲ੍ਹ ਦਾ ਕਿਸਾਨ ਹੈ, ਨਦੀਨ ਨਾਸ਼ਕ ਦਵਾਈ ਪਹਿਲਾਂ ਛਿੜਕਦਾ ਹੈ, ਤਾਂ ਜੋ ਖੇਤ ਦੇ ਫਸਲ ਬੀਜਣ ਤੋਂ ਪਹਿਲਾਂ ਜਿਹੜਾ ਨਦੀਨ ਹੈ, ਗੰਦ ਮੰਦ ਉੱਗ ਪਿਆ ਹੈ, ਉਹ ਖਤਮ ਹੋ ਜਾਏ, ਧਰਤੀ ਸਾਫ ਹੋ ਜਾਏ, ਫਿਰ ਬੀਜ ਬੀਜਦਾ। ਪਹਿਲਾਂ ਧਰਤੀ ਸਾਧ ਕੇ, ਸੱਚ ਨਾਮ ਦੇ ਦਾਨ, ਦਾਨ ਮੈਨੇ ਦਾਣਾ। ਪਹਿਲਾਂ ਧਰਤੀ ਨੂੰ ਸਾਫ਼ ਕਰਦਾ, ਫਿਰ ਨਾਮ ਦਾ ਦਾਣਾ ਬੀਜਦਾ ਹੈ। ਪਹਿਲਾਂ ਮਨੁੱਖ ਦੇ ਮਨ ਨੂੰ
ਬੁਰਾਈਆਂ ਤੋਂ ਸਾਫ਼ ਕਰਦਾ ਹੈ, ਉਹਦੇ ਅੰਦਰ ਬੁਰਾਈਆਂ ਖਤਮ ਕਰਦਾ ਹੈ, ਫਿਰ ਨਾਮ ਬੀਜਦਾ, ਫਿਰ ਨਾਮ ਬੀਜਦਾ। ਸਾਡੇ ਗੁਰੂਆਂ ਨੇ ਵੀ ਇਹੀ ਢੰਗ ਤਰੀਕਾ ਅਪਣਾਇਆ। ਹੁਣ ਅੰਮ੍ਰਿਤ ਛਕਾਉਣ ਵਾਲੇ ਵਿਚਾਰੇ ਨੂੰ ਆਪ ਹੀ ਨਹੀਂ ਪਤਾ ਇਹਦੀ ਧਰਤੀ ਸਾਫ਼ ਹੈ ਕਿ ਨਹੀਂ ਸਾਫ਼ ਹੈ, ਵਾਜਾ ਮਾਰਦੇ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ, ਵਾਜਾ ਮਾਰਦੇ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ, ਜਿਹੜਾ ਜਿਹਨੂੰ ਅਸੀਂ ਅੰਮ੍ਰਿਤ ਛਕਾਉਣ ਲੱਗੇ ਹਾਂ, ਇਹਦੇ ਮਨ ਦੀ ਧਰਤੀ ਸਾਫ਼ ਵੀ ਹੈ ਕਿ ਨਹੀਂ ਹੈ, ਆ ਵੀ ਹੈ ਕਿ ਨਹੀਂ। ਜਿਨ੍ਹਾਂ ਦੀ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਹੁੰਦੀਆਂ, ਉਹ ਨਹੀਂ ਛੇਤੀ ਛੇਤੀ ਨਾਮਦਾਨ ਦਿੰਦੇ। ਇੱਕ ਬੰਦਾ ਮੈਨੂੰ ਉਹਦੀ ਜਿਹੜਾ ਹੈ ਰਿਸ਼ਤੇਦਾਰ ਮੈਨੂੰ ਸੁਣਾਵੇ ਕਿ ਸਾਡਾ ਰਿਸ਼ਤੇਦਾਰ ਸੀ, ਉਹ ਦੇਹ ਤਾਰੀ ਗੁਰੂ ਕੋਲ ਚਲੇ ਗਏ, ਸਿੱਖੀ ਸਰੂਪ ਸੀ, ਲਾਈਨ 'ਚ ਲੱਗਾ ਹੋਇਆ ਹੈ। ਜਿਨ੍ਹਾਂ ਨੂੰ ਗੁਰੂਆਂ ਨੇ ਨਾਮਦਾਨ ਦੇਣਾ, ਉਹਨਾਂ ਨੂੰ ਇੱਕ ਪਾਸੇ ਕੱਢੀ ਜਾਂਦੇ ਸੀ, ਬਾਕੀ ਨੂੰ ਅੱਗੇ ਲੰਘਾਈ ਜਾਂਦੇ ਸੀ, ਚਲੋ ਵੀ ਚਲੋ, ਚਲੋ ਵੀ ਚਲੋ, ਜਿਹੜੇ ਦੇਖੇ ਇਹ ਹੈਗਾ ਉਹਨੂੰ ਇੱਧਰ ਨੂੰ ਕਰ ਲੈਣ। ਜਦੋਂ ਉਹਦੀ ਵਾਰੀ ਹੈ ਕਿ ਚਲੋ ਵੀ ਚਲੋ, ਕਹਿ ਜੀ ਮੈਂ ਤਾਂ ਨਾਮਦਾਨ ਲੈਣ ਆਇਆ। ਮਹਾਂਪੁਰਖ ਕਹਿੰਦੇ ਤੈਨੂੰ ਨਹੀਂ ਮਿਲ ਸਕਦਾ। ਜੀ ਕਿਉਂ ਨਹੀਂ ਮਿਲ ਸਕਦਾ? ਕਹਿੰਦੇ ਨਹੀਂ ਮਿਲ ਸਕਦਾ। ਕਹਿ ਜੀ ਮੈਨੂੰ ਪਤਾ ਤਾਂ ਲੱਗੇ ਕਿਉਂ ਨਹੀਂ ਮਿਲ ਸਕਦਾ। ਉਹ ਕਹਿੰਦੇ ਤੇਰੇ ਪਿਛਲੇ ਜਨਮ ਦੀ ਕਮਾਈ ਹੋਈ ਕੋਈ ਨਹੀਂ। ਕਹਿ ਜੀ ਕਿਉਂ ਨਹੀਂ ਕਮਾਈ ਹੈਗੀ? ਕਹਿੰਦੇ ਤੂੰ ਪਿਛਲੇ ਜਨਮ 'ਚ ਬੰਦਾ ਹੀ ਨਹੀਂ ਸੀ। ਹੋਰ ਮੈਂ ਕੀ ਸੀ ਜੀ? ਕਹਿ ਤੂੰ ਪਿਛਲੇ ਜਨਮ 'ਚ ਇੱਲ ਸੀ, ਇੱਲ। ਕਹਿ ਜੀ ਵੀ ਇੱਲ ਤਾਂ ਫਿਰ ਬੰਦਾ ਕਿਵੇਂ ਬਣ ਗਿਆ? ਕਹਿੰਦੇ ਤੂੰ ਨਾ ਗੁਰਦੁਆਰੇ ਦੇ ਉੱਤੇ ਉੱਡਿਆ ਕਰਦੇ ਸੀ। ਜਿਹੜੇ ਗੁਰਦੁਆਰੇ ਵਾਲੇ ਸਨ, ਜਦ ਬਰਤਨ ਮਾਂਜਦੇ ਸਨ, ਉਹ ਜੂਠ ਜਿਹੜਾ ਸੀ ਇੱਕ ਟੱਬ 'ਚ ਪਾ ਦਿਆ ਕਰਦੇ ਸਨ। ਤੂੰ ਆਉਂਦੀ ਸੀ, ਉਸ ਟੱਬ ਦੇ ਵਿੱਚੋਂ ਸੰਗਤ ਦਾ ਜੂਠ ਖਾਂਦੀ ਸੀ। ਜੂਠਾ ਲੰਗਰ ਖਾ ਖਾ ਕੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ, ਪਰ ਤੂੰ ਪਸ਼ੂ ਹੋਣ ਕਰਕੇ ਤੇਰੇ ਪੱਲੇ ਕੋਈ ਨਹੀਂ, ਤੇਰਾ ਭਾਂਡਾ ਹੀ ਨਹੀਂ ਤਿਆਰ ਹੈਗਾ। ਭਾਂਡੇ ਤੋਂ ਬਿਨਾਂ ਤੂੰ ਕਿੱਥੇ ਨਾਮ ਪਵਾਏਂਗਾ? ਭਾਂਡਾ ਤਾਂ ਹੋਣਾ ਚਾਹੀਦਾ ਨਾ, ਇਸ ਲਈ ਤੈਨੂੰ ਨਹੀਂ ਨਾਮ ਮਿਲ ਸਕਦਾ। ਕਹੇ ਜੀ ਫਿਰ ਮੈਂ ਅੰਮ੍ਰਿਤ ਛਕ ਲਾਂਗਾ। ਹਾਂ ਕਹੇ ਛਕ ਲੈ, ਬੜੀ ਖੁਸ਼ੀ ਨਾਲ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਯਾਦ ਰੱਖ ਤੂੰ ਅੰਮ੍ਰਿਤ ਕਿਹੜਾ ਛੋਟੀ ਮੋਟੀ ਗੱਲ ਹੈ? ਉਹ ਕੋਈ ਛੋਟੀ ਦਾਤ ਹੈ? ਉਹ ਵੀ ਤਾਂ ਨਾਮ ਹੀ ਹੈ, ਉਹ ਕਿੱਥੇ ਪਵਾਏਂਗਾ? ਤੇਰਾ ਭਰਾਵਾ ਕਹਿੰਦੇ ਭਾਂਡਾ ਹੀ ਨਹੀਂ ਹੈਗਾ, ਤੂੰ ਅੰਮ੍ਰਿਤ ਛਕ ਵੀ ਲੈ, ਕੋਈ ਦਿਨ ਬਾਅਦ ਛੱਡ ਦੇਗਾ। ਛਕ ਕੇ ਦੇਖ ਲੈ, ਛਕ ਕੇ ਦੇਖ ਲੈ, ਸਾਰੇ ਤਾਂ ਨਹੀਂ ਰੱਖਦੇ। ਹਾਂ ਕਹੇ ਸਾਰੇ ਤਾਂ ਨਹੀਂ, ਫਿਰ ਕਿਉਂ ਛੱਡ ਦਿੰਦੇ ਨੇ? ਉਹ ਉਹਨੇ ਭਾਂਡਾ ਹੀ ਕੋਈ ਨਹੀਂ, ਹੁਣ ਦਾ ਭਾਂਡਾ ਹੀ ਨਹੀਂ ਹੈਗਾ। ਇਹ ਨਾਮ ਦੀ ਦਾਤ ਹੈ, ਕੋਈ ਛੋਟੀ ਮੋਟੀ ਦਾਤ ਥੋੜ੍ਹਾ ਹੀ ਹੈ। ਤੇਰਾ ਭਰਾਵਾ ਭਾਂਡਾ ਨਹੀਂ ਹੈਗਾ। ਉਹਨੂੰ ਵੀ ਹੌਲੀ ਸੋਝੀ ਆ ਗਈ। ਕਹਿ ਜੀ ਫਿਰ ਮੈਂ ਕੀ ਕਰਾਂ? ਕਹਿੰਦੇ ਦੇਖ, ਇਸ ਜਨਮ 'ਤੇ ਵੀ ਤੂੰ ਸਤ ਸੰਗਤ ਕਰ ਅਤੇ ਸੰਗਤ ਦੇ ਜੂਠੇ ਭਾਂਡੇ ਮਾਂਜ, ਸੇਵਾ ਕਰ। ਇਹ ਤੇਰੀ ਮਰਜ਼ੀ, ਸਾਡੇ ਡੇਰੇ 'ਤੇ ਰਹਿ ਲਾ, ਤੇਰੀ ਮਰਜ਼ੀ ਕਿਸੇ ਗੁਰਦੁਆਰੇ ਸੇਵਾ ਕਰ ਲੈ, ਇਹ ਤੁਹਾਡੀ ਆਪਣੀ ਮਰਜ਼ੀ। ਐਸ ਜਨਮ ਤੂੰ ਸਤ ਸੰਗਤ ਕਰ ਅਤੇ ਸੇਵਾ ਕਰ, ਫਿਰ ਤੇਰਾ ਭਾਂਡਾ ਤਿਆਰ ਹੋ ਜਾਏਗਾ। ਅਗਲੇ ਜਨਮ 'ਚ ਆਪਣੇ ਆਪ ਹੀ ਪਰਮਾਤਮਾ ਤੈਨੂੰ ਨਾਮ ਦੀ ਦਾਤ ਦਿਲਾ ਦੇਗਾ। ਤੂੰ ਫਿਕਰ ਨਾ ਕਰ, ਤੇਰਾ ਭਾਂਡਾ ਤਿਆਰ ਹੋਵੇਗਾ। ਇਸ ਲਈ ਪਰਮਾਤਮਾ ਐਵੇਂ ਨਹੀਂ ਬੀਜ ਦਿੰਦਾ, ਉਹ ਪਹਿਲਾਂ ਧਰਤੀ ਰੂਪੀ ਭਾਂਡੇ ਨੂੰ ਤਿਆਰ ਕਰਦਾ ਹੈ। ਉਹ ਪਹਿਲਾਂ ਸਾਡੇ ਮਨ ਨੂੰ ਸਾਫ਼ ਕਰਦਾ ਹੈ, ਇਹ 'ਚ ਬੁਰਾਈਆਂ ਕੱਢ ਦਿੰਦਾ ਹੈ। ਜਦ ਦੇਖਿਆ ਹੁਣ ਮਨ ਸਾਫ਼ ਹੋ ਗਿਆ, ਫਿਰ ਨਾਮ ਦੀ ਦਾਤ ਦਿੰਦਾ। ਫਿਰ ਜਿਉਂ ਹੀ ਨਾਮ ਬੀਜਦੇ ਫਸਲ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ, ਪਹਿਲਾਂ ਮਨੁੱਖ ਦੀ ਮਨ ਰੂਪੀ ਧਰਤੀ ਨੂੰ ਸਾਫ਼ ਕਰਦਾ ਹੈ, ਫਿਰ ਪਰਮਾਤਮਾ ਨਾਮ ਦਾ ਦਾਨ ਦਿੰਦਾ ਹੈ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਫਿਰ ਉਹ ਨਾਮ, ਕਿਹੜਾ ਨਾਮ ਪੈਦਾ ਹੁੰਦਾ? ਕਿਹੜਾ? ਨੌ ਨਿਧ। ਜਿਸ 'ਚ 9 ਨਿਧੀਆਂ ਨੇ, ਸੰਸਾਰ ਦੇ ਸਾਰੇ ਸੁੱਖ ਜਿਸ ਨਾਮ ਵਿੱਚ ਹਨ, ਉਹਨੂੰ ਕਹਿੰਦੇ 9 ਨਿਧੀਆਂ। ਸੁੱਖਾਂ ਦੇ 9 ਖਜ਼ਾਨੇ ਗਿਣੇ ਗਏ ਨੇ ਸੰਸਾਰ ਵਿੱਚ, ਉਹਨੂੰ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਨਾ ਕਿਉਂ ਉਹਨੂੰ ਨਾਮ ਮਿਲਦਾ ਹੈ?
ਨਾਮ ਦੇ ਵਿੱਚ 9 ਨਿਧੀਆਂ ਨੇ, ਸੰਸਾਰ ਦੇ ਸਾਰੇ ਸੁੱਖ ਨੇ। ਕਹਿੰਦੇ ਫਿਰ ਉਹ ਨਾਮ ਉਸ ਖੇਤ ਵਿੱਚ ਪੈਦਾ ਹੁੰਦਾ। 9 ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਫਿਰ ਪਰਮਾਤਮਾ ਦੀ ਬਖਸ਼ਿਸ਼ ਦਾ ਠੱਪਾ ਲੱਗ ਜਾਂਦਾ ਹੈ। ਫਿਰ ਉਸ ਮਨੁੱਖ 'ਤੇ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਉਗਦਾ ਨਾ, ਨਾਮ ਦੀ ਫਸਲ ਹੁੰਦੀ ਹੈ, ਫਿਰ ਪਰਮਾਤਮਾ ਉੱਤੇ ਬਖਸ਼ਿਸ਼ ਕਰਦਾ ਹੈ ਅਤੇ ਆਪਣੀ ਬਖਸ਼ਿਸ਼ ਦਾ ਉਸ 'ਤੇ ਠੱਪਾ ਲਾ ਦਿੰਦਾ ਹੈ। ਗੁਰ ਕੋ ਜਾਣ ਨਾ ਜਾਣਈ, ਕਿਆ ਤਿਸ ਚੱਜ ਆਚਾਰ। ਅੰਧਲੇ ਨਾਮ ਵਿਸਾਰਿਆ, ਮਨਮੁਖ ਅੰਧ ਗੁਵਾਰ। ਆਵਣ ਜਾਣ ਨਾ ਚੁਕੇ, ਮਰ ਜਨਮੈ ਹੋਏ ਖੁਆਰ। ਗੁਰ ਕੋ ਜਾਣ ਨਾ ਜਾਣੀ, ਜਿਸ ਗੁਰੂ ਨੂੰ ਜਾਣਨਾ ਸੀ ਉਹਨੂੰ ਇਹ ਜਾਣਦਾ ਹੀ ਨਹੀਂ ਹੈ। ਕਿਆ ਤਿਸ ਚੱਜ ਆਚਾਰ, ਉਹਦੇ ਫਿਰ ਚੱਜ ਆਚਾਰ ਆਉਂਦਾ ਹੀ ਨਹੀਂ, ਉਹਨੂੰ ਜ਼ਿੰਦਗੀ ਦਾ ਚੱਜ ਆਚਾਰ ਹੀ ਨਹੀਂ ਆਉਂਦਾ। ਗੁਰਬਾਣੀ ਦੇ ਗੁਰ ਮਿਲ ਚੱਜ ਆਚਾਰ ਸਿੱਖ, ਤੁਝ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਫਿਰ ਤੈਨੂੰ ਕੋਈ ਦੁੱਖ ਨਹੀਂ। ਅਸੀਂ ਦੁਖੀ ਕਿਉਂ? ਅਸੀਂ ਕੁਚੱਜੇ ਹਾਂ, ਅਸੀਂ ਕੁਚੱਜੇ ਹਾਂ। ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਹੀ ਨਹੀਂ ਹੈਗਾ। ਚੱਜ ਤੇ ਬਾਣੀ ਨੇ ਸਿਖਾਉਣਾ, ਚੱਜ ਤੇ ਗੁਰੂ ਨੇ ਸਿਖਾਉਣਾ ਹੈ। ਤਾਂ ਕਿ ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ, ਉਹ ਤੈਨੂੰ ਜੀਵਨ ਜਾਚ ਦੱਸਣਗੇ ਕਿ ਇਸ ਤਰ੍ਹਾਂ ਜੀਵਨ ਜਿਉਂ, ਫਿਰ ਤੈਨੂੰ ਦੁੱਖ ਨਹੀਂ ਲੱਗੇਗਾ। ਗੁਰ ਕੋ ਜਾਣ ਨਾ ਜਾਣੀ, ਕਿਆ ਤੇ ਚੱਜ ਆਚਾਰ। ਜਿਸ ਗੁਰੂ ਨੂੰ ਜਾਣਨਾ ਸੀ ਉਹਨੂੰ ਮਨੁੱਖ ਜਾਣਦਾ ਹੀ ਨਹੀਂ ਹੈ, ਇਸ ਲਈ ਇਹਦੇ ਅੰਦਰ ਚੱਜ ਆਚਾਰ ਹੈ ਹੀ ਨਹੀਂ। ਕਈ ਵਾਰੀ ਬਾਣੀ ਪੜ੍ਹਨ ਤੋਂ ਪਹਿਲਾਂ, ਸਤਸੰਗ ਕਰਨ ਤੋਂ ਪਹਿਲਾਂ ਮਨੁੱਖ ਵਿੱਚ ਕੋਈ ਨਾ ਕੋਈ ਬੁਰਾਈ ਹੁੰਦੀ ਹੈ। ਜਦੋਂ ਸਤ ਸੰਗਤ ਕਰਦਾ ਹੈ, ਗੁਰੂ ਉਹਨੂੰ ਚੱਜ ਆਚਾਰ ਸਿਖਾਉਂਦਾ ਹੈ, ਫਿਰ ਜਿਹੜੀ ਉਹਦੇ 'ਚ ਬੁਰਾਈ ਹੈ ਉਹਨੂੰ ਛੱਡ ਦਿੰਦਾ ਹੈ। ਕਿਉਂ? ਉਹਨੂੰ ਜੀਵਨ ਜਾਚ ਆ ਗਈ, ਉਹਨੂੰ ਪਤਾ ਲੱਗ ਗਿਆ ਕਿ ਜੋ ਮੈਂ ਕਰਦਾ ਰਿਹਾ ਇਹ ਤਾਂ ਗਲਤ ਸੀ, ਇਹ ਤਾਂ ਗਲਤ ਸੀ। ਉਹ ਫਿਰ ਗਲਤ ਛੱਡ ਦਿੰਦਾ ਹੈ, ਫਿਰ ਆਪੇ ਸੁਖੀ ਹੋ ਜਾਂਦਾ ਹੈ। ਅੰਧਲੇ ਨਾਮ ਵਿਸਾਰਿਆ, ਮਨਮੁਖ ਅੰਧ ਗੁਵਾਰ। ਅੰਧਲੇ ਅਗਿਆਨੀ ਨੇ, ਮਨਮੁਖ ਨੂੰ ਅੰਨਾ ਕਿਹਾ ਗਿਆ, ਇਹ ਅਗਿਆਨੀ ਹੁੰਦਾ ਹੈ। ਅਗਿਆਨੀ ਹੋਣ ਕਰਕੇ ਅੰਧ ਗੁਬਾਰ, ਇਹ ਘੁੱਪ ਹਨੇਰੇ 'ਚ, ਜਿਵੇਂ ਆਪਾਂ ਨੂੰ ਘੁੱਪ ਹਨੇਰੇ 'ਚ ਕੁਝ ਨਹੀਂ ਦਿਸਦਾ, ਕੁਝ ਨਹੀਂ ਸੁੱਝਦਾ, ਇਸ 'ਤੇ ਜਿਹੜਾ ਮਨਮੁਖ ਹੈ, ਐਂ ਸਮਝੋ ਘੁੱਪ ਹਨੇਰੇ 'ਚ ਰਹਿ ਰਿਹਾ ਹੈ। ਇਹ ਅੰਨਾ ਹੈ, ਇੱਕ ਅੱਖਾਂ ਦਾ ਅੰਨਾ ਹੁੰਦਾ, ਉਹ ਨਹੀਂ। ਜਿਹੜਾ ਅਗਿਆਨੀ ਹੁੰਦਾ ਉਹਨੂੰ ਵੀ ਅੰਨਾ ਕਹਿੰਦੇ, ਇਹ ਅੰਨਾ ਹੈ। ਨਾਮ ਵਿਸਾਰਿਆ, ਇਸ ਮੂਰਖ ਨੇ, ਇਸ ਅੰਨੇ ਨੇ, ਇਸ ਮਨਮੁਖ ਨੇ ਨਾਮ ਹੀ ਭੁਲਾ ਦਿੱਤਾ ਹੈ। ਇਹ ਨਾਮ ਜਪਦਾ ਹੀ ਨਹੀਂ ਕਹਿੰਦੇ। ਫਿਰ ਕੀ ਹੁੰਦਾ? ਕਿਉਂਕਿ ਨਾਮ ਨਹੀਂ ਜਪਦਾ, ਆਵਣ ਜਾਣ ਨਾ ਚੁੱਕੇ, ਚੁੱਕੇ ਹੁੰਦਾ ਖਤਮ ਹੋਣਾ। ਆਵਣ, ਇਹਦਾ ਜੰਮਣਾ ਮਰਨਾ ਖਤਮ ਹੀ ਨਹੀਂ ਹੁੰਦਾ, ਇਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਮਰ ਜਨਮੈ ਹੋਏ ਖੁਆਰ, ਇਹ ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਜੰਮਦਾ ਹੈ ਅਤੇ ਖੁਆਰ ਹੁੰਦਾ ਰਹਿੰਦਾ ਹੈ। ਅੱਗੇ ਕਹਿੰਦੇ, ਚੰਦਨ ਮੋਲ ਅਣਾਇਆ, ਕੁੰਗੂ ਮਾਂਗ ਸੰਧੂਰ। ਚੋਆ ਚੰਦਨ ਬਹੁ ਘਣਾ, ਪਾਨਾ ਨਾਲ ਕਪੂਰ। ਜੇ ਤਨ ਕੰਤ ਨਾ ਭਾਵਈ, ਤਾਂ ਸਭ ਅਡੰਬਰ ਕੂੜ। ਪਤੀ ਲਈ ਇਹ ਸਾਰਾ ਹਾਰ ਸ਼ਿੰਗਾਰ ਕੀਤਾ। ਚੰਦਨ ਲਿਆਂਦਾ, ਚੰਦਨ ਮੋਲ ਅਣਾਇਆ, ਅਣਾਇਆ ਮੈਨੇ ਲਿਆਂਦਾ। ਚੰਦਨ ਬਾਜ਼ਾਰ 'ਚੋਂ ਮੁੱਲ ਲਿਆਂਦਾ। ਕੁੰਗੂ, ਕੇਸਰ ਨੂੰ ਕਹਿੰਦੇ ਨੇ, ਕੁੰਗੂ ਕੇਸਰ ਨੂੰ, ਕੇਸਰ ਲਿਆਂਦਾ। ਸੰਧੂਰ ਲਿਆਂਦਾ, ਬਈ ਮਾਂਗ 'ਚ ਪਾਵਾਂਗੇ। ਆਹ ਜਿਹੜਾ ਸਿਰ 'ਚ ਬੀਬੀ ਨੇ 2 ਪਾਸ ਚੀਰ ਕੱਢਿਆ ਹੁੰਦਾ ਨਾ ਵਾਲਾਂ ਦੇ ਵਿੱਚ, ਕਈਆਂ ਬਿਲਕੁਲ ਵਿਚਾਲੇ ਚੀਰ ਕੱਢਿਆ ਹੁੰਦਾ, ਕਈ ਨੇ ਥੋੜ੍ਹੇ ਸਾਈਡ 'ਤੇ ਕਹਿੰਦੇ, ਇਹਨੂੰ ਕਹਿੰਦੇ ਮਾਂਗ ਕਹਿੰਦੇ ਨੇ। ਮਾਂਗ 'ਚ ਸੰਧੂਰ ਪਾਉਣ ਲਈ, ਮਾਂਗ ਨੂੰ ਸਵਾਰਨ ਲਈ,
ਚੰਨਣ ਲਿਆਂਦਾ ਮੁੱਲ, ਕੁੰਗੂ ਕੇਸਰ ਮੁੱਲ ਲਿਆਂਦਾ, ਸੰਧੂਰ ਮੁੱਲ ਲਿਆਂਦਾ, ਚੋਆ ਅਤਰ ਜਿਹੜਾ ਆਪਾਂ ਸੈਂਟ ਜਿਹਨੂੰ ਕਹਿੰਦੇ, ਸੈਂਟ ਲਿਆਂਦਾ, ਚੰਦਨ ਲਿਆਂਦਾ, ਪਾਨਾ ਨਾਲ ਕਪੂਰ, ਪਾਨ ਲਿਆਂਦਾ, ਨਾਲ ਮੁਸ਼ਕ ਕਪੂਰ ਲਿਆਂਦਾ, ਤਾਂ ਜੋ ਮੂੰਹ 'ਚ ਭਾਵਾਂਗੇ ਸੁਗੰਧੀ ਆਵੇਗੀ, ਸੁਗੰਧੀ ਆਏਗੀ। ਮੂੰਹ ਦੀ ਸੁਗੰਧੀ ਲਈ, ਸਰੀਰ 'ਤੇ ਲਾਉਣ ਲਈ ਸੁਗੰਧੀ, ਵਾਲਾਂ 'ਤੇ ਲਾਉਣ ਲਈ ਬੜਾ ਕਦੇ ਅਡੰਬਰ ਕੀਤਾ, ਬੜਾ ਹਾਰ ਸ਼ਿੰਗਾਰ ਕੀਤਾ। ਜੇ ਤਨ ਕੰਤ ਨਾ ਭਾਵੇ, ਧਨ ਮਨੇ ਔਰਤ, ਕੰਤ ਮਨੇ ਪਤੀ। ਜੇ ਔਰਤ ਆਪੇ ਪਤੀ ਨੂੰ ਚੰਗੀ ਵੀ ਨਹੀਂ ਲੱਗਦੀ ਤਾਂ ਸਭ ਅਡੰਬਰ ਕੂੜ। ਫਿਰ ਜਿੰਨਾ ਇਹ ਹਾਰ ਸ਼ਿੰਗਾਰ ਕੀਤਾ ਸਭ ਵਿਅਰਥ ਗਿਆ, ਸਭ ਵਿਅਰਥ ਗਿਆ, ਕਿਉਂਕਿ ਪਤੀ ਨੂੰ ਚੰਗੀ ਨਹੀਂ ਲੱਗੀ। ਗੱਲ ਤਾਂ ਪਤੀ ਨੂੰ ਚੰਗੀ ਲੱਗਣ ਦੀ ਹੈ। ਜਿਹੜਾ ਹਾਰ ਸ਼ਿੰਗਾਰ ਕੀਤਾ ਉਹਦੇ ਨਾਲ ਪਤੀ ਪ੍ਰਸੰਨ ਹੀ ਨਹੀਂ ਹੋਇਆ। ਪਤੀ ਕਹਿੰਦਾ ਤੂੰ ਹਾਰ ਸ਼ਿੰਗਾਰ ਤੇ ਕੀਤਾ, ਪਰ ਤੇਰੇ ਅੰਦਰ ਮੇਰੇ ਪ੍ਰਤੀ ਪਿਆਰ ਹੀ ਨਹੀਂ ਹੈ। ਮੈਂ ਤੇਰੇ ਹਾਰ ਸ਼ਿੰਗਾਰ ਨੂੰ ਕੀ ਕਰਾਂ, ਮੈਂ ਤੇਰੇ ਹਾਰ ਸ਼ਿੰਗਾਰ ਨੂੰ ਕੀ ਕਰਾਂ। ਜੇ ਪਿਆਰ ਹੈ ਫਿਰ ਹਾਰ ਸ਼ਿੰਗਾਰ ਦੀ ਲੋੜ ਹੀ ਨਹੀਂ, ਫਿਰ ਲੋੜ ਹੀ ਨਹੀਂ। ਅੱਜ ਕੱਲ੍ਹ ਕਈ ਜਿਹੜੇ ਸਿਆਣੇ ਮੁੰਡੇ ਨੇ ਉਹ ਜਦੋਂ ਕੁੜੀ ਨੂੰ ਪਸੰਦ ਕਰਦੇ ਨੇ ਉਹਨੂੰ ਕਹਿੰਦੇ ਦੇਖ ਤੂੰ ਜਿਸ ਤਰੀਕੇ ਨਾਲ ਹੈ ਨਾ, ਤੂੰ ਬਿਊਟੀ ਪਾਰਲਰ ਨਹੀਂ ਨਾ ਗਈ ਹੋਈ, ਮੈਨੂੰ ਤੂੰ ਇਸਤਰੀ ਪਸੰਦ ਹੈ, ਤੂੰ ਬਿਊਟੀ ਪਾਰਲਰ ਨਹੀਂ ਜਾਣਾ, ਤੂੰ ਬਿਊਟੀ ਪਾਰਲਰ ਨਹੀਂ ਜਾਣਾ, ਮੈਨੂੰ ਬਨੌਟੀ ਮੂੰਹ ਨਹੀਂ ਚਾਹੀਦਾ। ਐਂ ਕੁੜੀ ਜਿਹੜਾ ਹੈ ਬਿਊਟੀ ਪਾਰਲਰ ਜਾ ਕੇ ਬੈਠ ਗਈ ਹੈ, ਮੁੰਡੇ ਨੂੰ ਪਸੰਦ ਹੈ ਕਿ ਵੀ ਸੋਹਣੀ ਹੈ, ਸੋਹਣੀ ਹੈ। ਵਿਆਹ ਵਾਲੇ ਦਿਨ ਫਿਰ ਬਿਊਟੀ ਪਾਰਲਰ ਗਏ ਸੀ, ਚਲੋ ਉਹ ਸੋਹਣੀ ਕਰਕੇ ਵਿਆਹ ਲੈਂਦੇ, ਘਰ ਆ ਗਈ ਹੈ, ਅਗਲੇ ਦਿਨ ਸਵੇਰੇ ਉੱਠ ਕੇ ਨਹਾਤੀ ਹੈ, ਅਜੇ ਹਾਰ ਕੋਈ ਸੁੰਦਰਤਾ ਵਾਲੀ ਚੀਜ਼ ਲਾਈ ਨਹੀਂ, ਉਹਨੇ ਪਹਿਚਾਣੀ ਨਹੀਂ। ਕਹਿ ਤੂੰ ਮੇਰੀ ਘਰ ਵਾਲੀ ਹੈ? ਕਹਿੰਦੇ ਮੈਂ ਤਾਂ ਬੜੀ ਸੋਹਣੀ ਵਿਆਹ ਕੇ ਲੈ, ਤੂੰ ਤਾਂ ਕਾਲੀ ਕਲੂਟੀ ਦੌੜ ਜਾ, ਮੈਂ ਨਹੀਂ ਤੈਨੂੰ ਰੱਖਦਾ ਹੈਗਾ, ਭਜਾਤੀ ਕਦ ਮੈਂ ਤਾਂ ਕਹਿੰਦਾ ਸੋਹਣੀ ਵਿਆਹ ਕੇ ਲੈ, ਤੂੰ ਹੈ। ਇਸ ਲਈ ਇਹ ਬਨੌਟੀ ਹਾਰ ਸ਼ਿੰਗਾਰ ਪਰਮਾਤਮਾ ਨੂੰ ਪਿਆਰੇ ਨਹੀਂ ਲੱਗਦੇ। ਉਹਨੂੰ ਜੋ ਅਸਲੀਅਤ ਹੈ, ਅਡੰਬਰ ਨਹੀਂ, ਉਹਨੂੰ ਅਡੰਬਰ ਦਾ ਉਹ ਮੈਂ ਜਿਹੜੀ ਵਿਖਾਵੇ ਲਈ ਕੀਤੀ ਹੈ, ਉਹਨੂੰ ਲੋਕ ਵਿਖਾਵੇ ਨਹੀਂ ਚੰਗੇ ਲੱਗਦੇ, ਹੁਣ ਤਾਂ ਪਿਆਰ ਚੰਗਾ ਲੱਗਦਾ ਵੀ ਕੀ ਦਿਲੋਂ ਪਿਆਰ ਹੈ ਕਿ ਸਿਰਫ ਉੱਪਰੋਂ ਵਿਖਾਵਾ ਹੀ ਵਿਖਾਵਾ ਕੀਤਾ ਹੋਇਆ ਹੈ। ਵਿਖਾਵਾ ਤਾਂ ਬੜਾ ਕੀਤਾ ਵਿਚਾਰੀ ਨੇ, ਅਡੰਬਰ ਤਾਂ ਬਹੁਤ ਕੀਤਾ ਹੈ, ਕਿੰਨਾ ਕੁਛ ਮੰਗਾਇਆ ਹੈ, ਸਰੀਰ ਨੂੰ ਲਾਇਆ ਹੈ, ਮੂੰਹ 'ਚ ਵੀ ਪਾਇਆ ਹੈ, ਸਿਰ 'ਚ ਵੀ ਪਾਇਆ ਹੈ, ਬੜਾ ਹਾਰ ਸ਼ਿੰਗਾਰ ਕੀਤਾ। ਜੇ ਧਨ ਕੰਤ ਨਾ ਪਾਵੇ, ਧਨ ਮੈਨੇ ਪਤਨੀ, ਕੰਤ ਦੇ ਪਤੀ। ਜੇ ਪਤੀ ਨੂੰ ਪਤਨੀ ਪਸੰਦ ਹੀ ਨਹੀਂ ਤਾਂ ਸਭ ਅਡੰਬਰ ਕੂੜ, ਜਿੰਨਾ ਵਿਖਾਵਾ ਕੀਤਾ ਸੀ ਸਭ ਕੂੜ, ਸਭ ਵਿਅਰਥ ਗਿਆ। ਸੋ ਅਸੀਂ ਇਹ ਦੇਖਣਾ ਕਿ ਸਾਡਾ ਪਤੀ ਕਿਹੜੀ ਗੱਲ ਨਾਲ ਪ੍ਰਸੰਨ ਹੁੰਦਾ ਹੈ। ਆਪਣੀ ਮਰਜ਼ੀ ਅਨੁਸਾਰ ਉਹਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਉਹ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਖੁਸ਼ ਹੁੰਦਾ ਹੈ ਇਹ ਖਿਆਲ ਰੱਖਣਾ, ਬਸ ਇਹ ਖਿਆਲ ਰੱਖਣਾ ਵੀ ਮੈਂ ਕੀ ਕੰਮ ਕਰਾਂ, ਕਿਵੇਂ ਰਹਾਂ ਵੀ ਮੇਰਾ ਪਤੀ ਖੁਸ਼ ਹੋਵੇ। ਪਤੀ ਖੁਸ਼ ਹੈ, ਸੱਸ ਸਹੁਰਾ ਨਹੀਂ, ਨਾ ਨਹੀਂ ਤੇ ਨਾ ਸਹੀ, ਕਿਉਂਕਿ ਵਾਹ ਤਾਂ ਪਤੀ ਨਾਲ ਪੈਣਾ ਨਾ, ਉਮਰ ਤਾਂ ਪਤੀ ਨਾਲ ਗੁਜ਼ਾਰਨੀ ਹੈ। ਪਤੀ ਖੁਸ਼ ਹੈ ਬਸ ਠੀਕ ਹੈ, ਬਾਕੀ ਕੋਈ ਰਿਸ਼ਤੇਦਾਰ ਨਹੀਂ ਖੁਸ਼ ਨਾ ਸੇਵੇ, ਕਿਉਂਕਿ ਸਾਰਿਆਂ ਨੂੰ ਤੂੰ ਖੁਸ਼ ਕਰ ਹੀ ਨਹੀਂ ਸਕਦਾ। ਸੱਸ ਦਾ ਸੁਭਾਅ ਹੋਰ ਹੈ, ਸਹੁਰੇ ਦਾ ਹੋਰ ਹੈ, ਜੇਠ ਦਾ ਹੋਰ ਹੈ, ਦਿਓਰ ਦਾ ਹੋਰ ਹੈ, ਨਨਾਣ ਦਾ ਹੋਰ ਹੈ, ਹਰ ਇੱਕ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਪਤੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਸਾਡਾ ਸਾਰਾ ਜ਼ੋਰ ਪਰਮਾਤਮਾ ਨੂੰ ਖੁਸ਼ ਰੱਖਣ 'ਤੇ ਲਾਉਣਾ ਚਾਹੀਦਾ। ਅਤੇ ਉਹ ਹਾਰ ਸ਼ਿੰਗਾਰ ਨਹੀਂ ਚਾਹੁੰਦਾ, ਉਹ ਤਾਂ ਕਹਿੰਦਾ ਅੰਦਰ ਆਪਣੇ ਅੰਦਰ ਗੁਣ ਪੈਦਾ ਕਰੋ, ਆਪਣੇ ਅੰਦਰ ਗੁਣ ਪੈਦਾ ਕਰੋ, ਕਿਉਂਕਿ ਬਿਊਟੀ ਇਜ਼ 9 days ਵੰਡਰ।
ਸੁੰਦਰਤਾ 9 ਦਿਨ ਹੀ ਸੋਹਣੀ ਲੱਗਦੀ ਹੈ। ਫਿਰ ਸਾਡੇ ਕੰਮ ਪਿਆਰਾ ਕਿ ਚੰਮ, ਇਹ ਚੰਮ 9 ਦਿਨ ਹੀ ਪਿਆਰਾ ਲੱਗਦਾ, ਫਿਰ ਕੰਮ ਪਿਆਰਾ ਲੱਗਦਾ। ਇੱਕ ਵਾਰੀ ਮੈਂ ਛੋਟਾ ਸੀ, ਮੇਰੀ ਮਾਂ ਤੂੰ ਮੈਂ ਕਰ ਰਹੀ ਹੈ ਨੂੰਹ ਨਾਲ। ਕਹਿੰਦੇ ਕਾਲੇ ਮੂੰਹ ਵਾਲੀ ਕਿੱਥੇ ਸਾਡੇ ਘਰ ਆ ਗਈ ਡੈਣ ਜੀ। ਮੈਨੂੰ ਸਮਝ ਨਾ ਆਵੇ, ਭਰਜਾਈ ਤਾਂ ਸੋਹਣੀ ਹੈ ਵੀ ਬੇਬੇ ਉਹਨੂੰ ਕਾਲੇ ਮੂੰਹ ਵਾਲੀ ਕਿਉਂ ਕਹਿੰਦੀ। ਲਾਲੂ ਹੱਟੀਆਂ ਅਗਲੇ ਦਿਨ ਮੈਂ ਕਿਹਾ ਮੈਂ ਬੇਬੇ ਭਰਜਾਈ ਤਾਂ ਸੋਹਣੀ, ਤੂੰ ਕਹਿੰਦੇ ਕਾਲੇ ਮੂੰਹ ਵਾਲੀ ਸੜਕ। ਕਹਿੰਦੇ ਕਾਕਾ ਵੱਡਾ ਹੋ ਕੇ ਆਪੇ ਤੈਨੂੰ ਪਤਾ ਲੱਗ ਜਾਏਗਾ, ਅਜੇ ਨਹੀਂ ਤੈਨੂੰ ਸਮਝ ਆਉਣੀ। ਭਾਵ ਜਦੋਂ ਬੰਦਾ ਅੰਦਰੋਂ ਨਹੀਂ ਚੰਗਾ ਲੱਗਦਾ, ਉਹ ਭਾਵੇਂ ਕਿੰਨੇ ਸੋਹਣਾ ਹੋਵੇ, ਉਹਦੀ ਸੁੰਦਰਤਾ, ਉਹਦੇ ਮਾੜੇ ਕੰਮ ਹੋਣ ਕਰਕੇ ਸੁੰਦਰਤਾ ਦੀ ਕੋਈ ਕੀਮਤ ਨਹੀਂ ਪੈਂਦੀ। ਤਾਂ ਕਿ ਇੰਗਲਿਸ਼ ਵਾਲੇ ਕਹਿੰਦੇ ਹੈਂਡਸਮ ਇਜ਼ ਹੀ ਹੂ ਹੈਂਡਸਮ ਡਜ਼। ਸੁੰਦਰ ਉਹ ਹੈ ਜਿਹੜਾ ਸੁੰਦਰ ਕੰਮ ਕਰਦਾ ਹੈ। ਅਤੇ ਪੰਜਾਬੀ ਸਿੱਧਾ ਕੰਮ ਪਿਆਰਾ ਕਿ ਚੰਮ, ਕੰਮ ਪਿਆਰਾ। ਕਿਤੇ ਕੰਮ ਅਤੇ ਚੰਮ ਦੋਨੋਂ ਵਧੀਆ ਹੋਣ ਫਿਰ ਤਾਂ ਕਿਆ ਬਾਤ ਹੈ। ਜਿਵੇਂ ਗਹਿਣੇ ਨੇ, ਇਹ ਵੀ ਸੋਹਣੇ ਨੂੰ ਹੀ ਜ਼ਿਆਦਾ ਸੋਹਣੇ ਲੱਗਦੇ ਨੇ। ਗਹਿਣੇ ਸੋਹਣੇ ਨੂੰ ਹੀ ਜ਼ਿਆਦਾ ਸੋਹਣੇ ਲੱਗਦੇ, ਕਾਲੇ ਕਲੂਟੇਡ ਦਾ ਗਹਿਣੇ ਵੀ ਸੋਹਣੇ ਨਹੀਂ ਲੱਗਦੇ। ਇਸ ਲਈ ਕਿਤੇ ਕੰਮ ਵੀ ਚੰਗੇ ਹੋਣ ਦੇ ਨਾਲ ਚੰਮ ਵੀ ਚੰਗਾ, ਫਿਰ ਤਾਂ ਕਿਆ ਬਾਤ ਹੈ, ਫਿਰ ਤਾਂ ਪੂਜਣ ਨੂੰ ਜੀਅ ਕਰਦਾ ਹੈ। ਘਰ 'ਚ ਜੀਅ ਬੈਠਾ ਸੋਹਣਾ ਲੱਗਦਾ ਹੈ। ਇੱਕ ਮੁੰਡਾ ਕਹਿੰਦਾ ਮੈਂ ਆਪਣੀ ਘਰ ਵਾਲੀ ਨਹੀਂ ਰੱਖਣੀ। ਮੈਂ ਕੁਦਰਤ ਦੀ ਘਰ ਵਾਲੀ ਵੇਖੀ ਸੀ ਵੀ ਉਹ ਤਾਂ ਬਹੁਤ ਸੋਹਣੀ ਸੁਨੱਖੀ, ਬੜੀ ਸੋਹਣੀ ਪਰਸਨੈਲਿਟੀ, ਹੱਥ ਲੈ ਮੈਲੀ ਹੁੰਦੀ ਸੀ। ਮੈਂ ਤੂੰ ਕਿਉਂ ਨਹੀਂ ਰੱਖਣੀ? ਪਰ ਮੈਨੂੰ ਨਹੀਂ ਪਸੰਦ। ਮੈਂ ਯਾਰ ਉਹ ਇੰਨੀ ਸੋਹਣੀ ਕੱਖ ਨਹੀਂ ਕਰਦੀ, ਤਾਂ ਵੀ ਕੋਈ ਕਹਿੰਦੇ ਘਰ 'ਚ ਬੈਠੀ ਸੋਹਣੀ ਤਾਂ ਲੱਗਦੀ ਹੈ। ਨਹੀਂ ਕਰਦੀ ਨਾ ਸਹੀ ਕਿ ਨਾ ਜੀ ਮੈਂ ਨਹੀਂ ਰੱਖਣੀ। ਮੈਂ ਹਰ ਕੋਈ ਕਾਰਨ ਤਾਂ ਹੋਊਗਾ, ਮੈਂ ਉਹਨਾਂ ਨਾਲ ਗੱਲ ਕਰਦਾ ਵੀ ਆਹ ਕਾਰਨ, ਉਹਨੇ ਮੈਨੂੰ ਦੱਸ, ਕਹਿੰਦੇ ਬਸ ਜੀ ਮੈਂ ਨਹੀਂ ਚੰਗੀ ਲੱਗਦੀ। ਹੋਣੀ ਕੋਈ ਗੱਲ। ਸੋ ਇੰਨੀ ਸੁੰਦਰਤਾ ਵੀ ਉਸ ਨੂੰ ਚੰਗੀ ਨਹੀਂ ਲੱਗੀ ਕਿਉਂਕਿ ਉਹਦੇ 'ਚ ਕੋਈ ਨੁਕਸ ਹੋਣਾ ਕਰਕੇ ਮੈਂ ਨਹੀਂ ਰੱਖਦਾ। ਹੋ ਸਕਦਾ ਸੰਗਦਿਆਂ ਨੇ ਮੈਨੂੰ ਨਾ ਦੱਸਿਆ ਹੋਵੇ, ਘਰ ਬਾਜੀ ਮੈਨੂੰ ਚੰਗੀ ਨਹੀਂ ਲੱਗਦੀ ਹੈ। ਸੋ ਇਸ ਲਈ ਇਹ ਕੰਮ ਹੀ ਚੰਗੇ ਲੱਗਦੇ ਨੇ। ਅਖੀਰ ਨੂੰ ਪਰਮਾਤਮਾ ਨੂੰ ਅੰਦਰਲਾ ਪਿਆਰ ਚੰਗਾ ਲੱਗਦਾ, ਬਾਹਰਲਾ ਵਿਖਾਵੇ ਨਾਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ, ਜਿਨ ਸ਼ਹ ਨਾਲ ਪਿਆਰ। ਇਹਨੂੰ ਬੋਲਣਾ ਸ਼ਹ। ਇਹ ਹੈਗਾ ਫਾਰਸੀ ਦਾ ਸ਼ਬਦ। ਜਿਹੜਾ ਹਿੰਦੀ ਦਾ ਹੁੰਦਾ ਉਹ ਹਾਹੇ ਨੂੰ ਸਿਹਾਰੀ ਹੁੰਦੀ ਹੈ। ਜਦੋਂ ਸੱਸਾ ਹਾਹੇ ਨੂੰ ਸਿਹਾਰੇਗਾ ਫਿਰ ਸ਼ਹ ਹੋ ਜਾਏਗਾ। ਇਹ ਸ਼ਬਦ ਹੈ ਫਾਰਸੀ ਦਾ, ਪੂਰਾ ਸ਼ਬਦ ਹੈ ਸ਼ਾਹ। ਸ਼ਸ਼ਰ ਕਰਨਾ ਹਾਹਾ ਸ਼ਾਹ। ਜਿਵੇਂ ਜਹਾਂ ਤੋਂ ਸੰਖੇਪ ਰੂਪ ਹਿੰਦੀ 'ਚ ਬਣੇ ਜਹ, ਤਹਾਂ ਦਾ ਸੰਖੇਪ ਰੂਪ ਹੈ ਤਹ। ਜਹ ਕਹਿ ਤਹ, ਕਹਾਂ ਦਾ ਕਹਿ। ਇਸੇ ਤਰ੍ਹਾਂ ਹੀ ਸ਼ਾਹ ਦਾ ਸੰਖੇਪ ਰੂਪ ਹੈ ਸ਼। ਇਹ ਸੱਸੇ ਦੇ ਪੈਰ 'ਚ ਬਿੱਦੀ ਲਾ ਕੇ ਬੋਲਣਾ, ਇਹਨੂੰ ਸ਼ਾਹ ਵੀ ਨਹੀਂ ਬੋਲਣਾ। ਉਹਦਾ ਸੰਖੇਪ, ਜਿੱਥੇ ਸ਼ਾਹ ਹੋਏਗਾ ਉਚਾਰਨ, ਉੱਥੇ ਸੱਸੇ ਨੂੰ ਕੰਨਾ ਲੱਗਾ ਹੋਏਗਾ। ਇਸ ਲਈ ਨੇ ਬੋਲਣਾ ਸ਼। ਅਰਥ ਹੈ ਸ਼ਾਹ, ਅਰਥ ਹੈ ਸ਼ਾਹੂਕਾਰ, ਅਰਥ ਹੈ ਪਰਮਾਤਮਾ। ਇੱਥੇ ਸ਼ ਦਾ ਮਤਲਬ ਪਰਮਾਤਮਾ। ਨਾਨਕ ਧਨ ਸੁਹਾਗਣੀ, ਜਿਨ ਸ਼ਹ ਨਾਲ ਪਿਆਰ। ਸੋ ਗੁਰੂ ਮਹਾਰਾਜ ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋ ਹੈ ਗੁਰਦੁਆਰ। ਸ਼ਬਦ ਨਾ ਭੇਦੀਐ, ਜਿੰਨਾ ਚਿਰ ਮਨੁੱਖ ਇਹ ਨਾਮ ਨਾਲ ਨਹੀਂ ਨਾ ਜੁੜਦਾ, ਕਿਉਂ ਸੋ ਹੈ ਗੁਰਦੁਆਰ। ਉਹ ਗੁਰੂ ਦੇ ਦਰ 'ਤੇ ਕਿਵੇਂ ਸੋਹਣਾ ਲੱਗ ਸਕਦਾ ਹੈ? ਗੁਰੂ ਦੇ ਦਰ 'ਤੇ ਤਾਂ ਉਹੀ ਸੋਹਣਾ ਲੱਗਦਾ ਜਿਹੜਾ ਨਾਮ ਨਾਲ ਜੁੜਿਆ ਹੋਇਆ, ਅਤੇ ਜਿਹੜਾ ਨਾਮ ਨਹੀਂ ਜਪਦਾ ਉਹ ਗੁਰੂ ਨੂੰ ਸੋਹਣਾ ਨਹੀਂ ਲੱਗਦਾ ਹੈ। ਇਸ ਲਈ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ,
ਸਭ ਰਸ ਭੋਗਣ ਬਾਦ ਹੈ। ਉਹ ਜਿੰਨੇ ਵੀ ਰਸ ਪਦਾਰਥ ਖਾ ਰਿਹਾ ਹੈ ਸਭ ਵਿਅਰਥ ਹੈ, ਬਾਦ ਵਿਅਰਥ। ਉਹਦੇ ਰਸਦਾਇਕ ਭੋਜਨ ਵੀ ਭੋਗਣ ਵਾਲੀਆਂ ਚੀਜ਼ਾਂ, ਖਾਣ ਵਾਲੀਆਂ ਚੀਜ਼ਾਂ, ਉਹ ਰਸਦਾਇਕ ਚੀਜ਼ਾਂ ਖਾਂਦਾ ਹੈ ਪਰ ਉਹ ਸਭ ਬੇਕਾਰ ਨੇ, ਵਿਅਰਥ ਨੇ। ਸਭ ਸ਼ਿੰਗਾਰ ਵਿਕਾਰ, ਸਾਰੇ ਕੀਤੇ ਸ਼ਿੰਗਾਰ ਵੀ ਉਹਦੇ ਵਿਅਰਥ ਨੇ। ਕਿਉਂ? ਜਬ ਲਗ ਸ਼ਬਦ ਨਾ ਭੇਦੀ ਹੈ, ਕਿਉਂ ਸੋ ਹੈ ਗੁਰਦੁਆਰ। ਉਹ ਨਾਮ ਨਾਲ ਜੁੜੇ ਹੀ ਨਹੀਂ ਹੈ, ਇਸ ਲਈ ਗੁਰੂ ਦੇ ਦਰ 'ਤੇ ਸੋਹਣਾ ਲੱਗਦਾ ਹੀ ਨਹੀਂ ਹੈ। ਨਾਨਕ ਧਨ ਸੁਹਾਗਣੀ, ਗੁਰੂ ਮਗੇ ਉਹ ਸੁਹਾਗਣਾ ਧਨ ਹਨ ਜਿਨ ਸ਼ਹ ਨਾਲ ਪਿਆਰ, ਜਿਨ੍ਹਾਂ ਨੂੰ ਪ੍ਰਭੂ ਪਤੀ ਨਾਲ ਪਿਆਰ ਹੈ, ਉਹ ਸੁਹਾਗਣਾ ਨੇ, ਉਹ ਧਨ ਨੇ। ਅਤੇ ਜਿਹੜੇ ਨਾਮ ਨਹੀਂ ਜਪਦੇ ਉਹ ਭਾਵੇਂ ਜਿੰਨਾ ਮਰਜ਼ੀ ਕਹਿੰਦੇ ਹਾਰ ਸ਼ਿੰਗਾਰ ਕਰੀ ਜਾਣ, ਜਿੰਨੇ ਮਰਜ਼ੀ ਸਵਾਦਲੇ ਪਦਾਰਥ ਖਾਈ ਜਾਣ, ਜਿੰਨੇ ਮਰਜ਼ੀ ਇਹ ਸ਼ਿੰਗਾਰ ਕਰ ਲੈਣ, ਸਭ ਵਿਅਰਥ ਹੈ। ਉਹ ਗੁਰੂ ਨੂੰ ਪਿਆਰੇ ਨਹੀਂ ਲੱਗਦੇ। ਗੁਰੂ ਨੂੰ ਪਿਆਰੇ ਨਹੀਂ ਲੱਗਦੇ, ਇਸ ਲਈ ਗੁਰੂ ਸਿਫਾਰਿਸ਼ ਨਹੀਂ ਕਰਦਾ। ਗੁਰੂ ਸਿਫਾਰਿਸ਼ ਨਹੀਂ ਕਰਦਾ, ਇਸ ਲਈ ਪਰਮਾਤਮਾ ਮਿਲਦਾ ਨਹੀਂ ਹੈ, ਕਿਉਂਕਿ ਪਰਮਾਤਮਾ ਸਿੱਧਾ ਨਹੀਂ ਮਿਲਦਾ। ਧਰਮ ਕਹਿੰਦਾ ਪਰਮਾਤਮਾ ਸਿੱਧਾ ਨਹੀਂ ਮਿਲਦਾ, ਉਹ ਗੁਰੂ ਦੇ ਥਰੂ ਮਿਲਦਾ ਹੈ, ਗੁਰੂ ਦੇ ਥਰੂ ਮਿਲਦਾ। ਜਿਵੇਂ ਕਈ ਵਾਰੀ ਜਿਹੜਾ ਸਭ ਤੋਂ ਵੱਡਾ ਅਫਸਰ ਹੈ, ਤੁਸੀਂ ਉਹਨੂੰ ਮਿਲਣਾ ਹੈ, ਉਹ ਸਿੱਧਾ ਨਹੀਂ ਮਿਲਦਾ। ਅਸੀਂ ਸਿੱਧੀ ਉਹਨੂੰ ਐਪਲੀਕੇਸ਼ਨ ਨਹੀਂ ਦੇ ਸਕਦੇ। ਉਹ ਕਹਿੰਦੇ ਜਿਹੜਾ ਤੁਹਾਡਾ ਇਮੀਡੀਏਟ ਬੌਸ ਹੈ, ਜਿਹਦੇ ਕੋਲ ਤੁਸੀਂ ਨੌਕਰੀ ਕਰ ਰਹੇ ਹੋ, ਉਹ ਜਿਹੜਾ ਅਫਸਰ ਹੈ ਨਾ, ਉਹ ਅਰਜ਼ੀ ਉਹਦੇ ਰਾਹੀਂ ਅਰਜ਼ੀ ਭੇਜੋ, ਸਿੱਧੇ ਨਹੀਂ ਭੇਜਣੀ, ਉਹਦੇ ਰਾਹੀਂ ਭੇਜੋ, ਫਿਰ ਤੁਹਾਡੀ ਮਨਜ਼ੂਰ ਹੋਵੇਗੀ। ਉਹ ਅੱਗੇ ਤਾਂ ਭੇਜੂਗਾ ਜੇ ਸਾਡੀ ਉਹਦੇ ਨਾਲ ਬਣਦੀ ਹੈ, ਜੇ ਸਾਡੀ ਉਹਦੇ ਨਾਲ ਨਹੀਂ ਬਣਦੀ, ਉਹ ਸਾਡੀ ਅਰਜ਼ੀ ਹੀ ਘੋਲ ਰੱਖੀ ਰੱਖੇਗਾ, ਅੱਗੇ ਭੇਜੇਗੀ ਨਹੀਂ, ਭੇਜੇਗੀ ਨਹੀਂ। ਸਾਡੇ ਗੁਰੂ ਨਾਲ ਬਣਦੇ ਨਹੀਂ, ਗੁਰੂ ਸਾਡੀ ਸਿਫਾਰਿਸ਼ ਨਹੀਂ ਕਰਦਾ, ਉਹ ਸਿਫਾਰਿਸ਼ ਨਹੀਂ ਕਰਦਾ, ਰੱਬ ਮਿਲਦਾ ਨਹੀਂ ਹੈਗਾ। ਜਿਵੇਂ ਇੱਕ ਵਿਦਿਆਰਥੀ ਸੀ ਮੇਰਾ, ਉਹ ਜਿਹੜਾ 6ਵੀਂ 'ਚ ਪੜ੍ਹਦਾ ਸੀ, ਉਹ ਗੈਰ ਹਾਜ਼ਰ ਬਹੁਤ ਰਹਿੰਦਾ ਸੀ। ਕਈ ਬੱਚੇ ਬੜੇ ਚਲਾਕ ਹੋ ਜਾਂਦੇ ਨੇ, ਇੱਕ ਦੋ ਸਿੱਖ ਜਾਂਦੇ ਚਲਾਕੀਆਂ। ਮੈਂ ਦੇਖਿਆ ਮਨੁੱਖ ਸਿਆਣੇ ਥੋੜ੍ਹੇ ਨੇ, ਚਲਾਕ ਬਹੁਤ ਨੇ। ਸਿਆਣੇ ਤਾਂ ਮਸਾਂ ਰੋਹ ਧੋ ਕੇ 20% ਰੋਹ ਧੋ ਕੇ ਹੋਣਗੇ, ਵੈਸੇ ਉਦੋਂ ਵੀ ਘੱਟ ਨੇ। ਸਿਆਣੇ ਦੇ 10% ਨੇ, ਬਾਕੀ ਤਾਂ ਐਵੇਂ ਦੁਨੀਆ ਫਿਰੀ ਜਾਂਦੀ ਹੈ। ਉਹਨੂੰ ਪਤਾ ਵੀ 6 ਲਗਾਤਾਰ ਗੈਰ ਹਾਜ਼ਰੀਆਂ ਹੁਣ ਤਾਂ ਨਾਮ ਕਰਦਾ, ਉਹਨੇ 5 ਦਿਨ ਗੈਰ ਹਾਜ਼ਰ ਰਹਿਣਾ, 6ਵੇਂ ਦਿਨ ਆ ਜਾਣਾ। ਉਹ ਛੁੱਟੀਆਂ ਬਹੁਤ ਲੈਂਦਾ ਸੀ। ਉਹਨੇ ਐਪਲੀਕੇਸ਼ਨ ਮੈਨੂੰ ਦਿੱਤੀ, ਮੈਂ ਇੰਗਲਿਸ਼ ਲਿਖਦਾ ਨਾਟ ਰਿਕਮੈਂਡਡ। ਮੈਂ ਲੈ ਜਾ ਪ੍ਰਿੰਸੀਪਲ ਕੋਲ, ਉਹਨੇ ਕਿਹਾ ਵੀ ਹਾਂ ਸਰ ਨੇ ਲਿਖਤਾ, ਬਸ। ਪ੍ਰਿੰਸੀਪਲ ਕੋਲ ਲੈ ਗਿਆ, ਪ੍ਰਿੰਸੀਪਲ ਉਹਦੀ ਅਰਜ਼ੀ ਚੱਕ ਕੇ ਸੁੱਟਤੀ। ਕਹਿੰਦਾ ਜੀ ਕੀ ਗੱਲ ਵੀ ਮੇਰੀ ਛੁੱਟੀ ਮਨਜ਼ੂਰ ਕਰ ਦਿਓ। ਸਰ ਨੇ ਉੱਤੇ ਲਿਖਿਆ, ਕਹਿੰਦੇ ਪਤਾ ਪੜ੍ਹਿਆ ਕੀ ਲਿਖਿਆ? ਹੁਣ ਵਿਚਾਰਾ 6ਵੀਂ ਵਾਲਾ ਸੀ, ਉਹਨੂੰ ਕੀ ਪਤਾ ਕੀ ਲਿਖਿਆ। ਕਹਿੰਦਾ ਤੇਰੇ ਸਰ ਨੇ ਲਿਖਿਆ ਇਸ ਨੂੰ ਛੁੱਟੀ ਨਹੀਂ ਦੇਣੀ, ਇਸ ਲਈ ਭੱਜ ਜਾ, ਤੈਨੂੰ ਨਹੀਂ ਛੁੱਟੀ ਮਿਲਦੀ। ਆ ਕੇ ਮੈਨੂੰ ਕਹਿੰਦਾ ਸਰ ਜੀ ਤੁਸੀਂ ਕੀ ਲਿਖਤਾ ਉੱਤੇ? ਮੈਂ ਜੋ ਤੈਨੂੰ ਪ੍ਰਿੰਸੀਪਲ ਨੇ ਕਹਿਣਾ ਉਹੀ ਲਿਖਿਆ। ਅਸੀਂ ਰਿਕਮੈਂਡ ਕਰਾਂਗੇ ਤਾਂ ਹੀ ਪ੍ਰਿੰਸੀਪਲ ਅਲਾਊਡ ਕਰੇਗਾ ਨਾ। ਉਹ ਕਹਿੰਦਾ ਵਿਦਿਆਰਥੀ ਵੀ ਪਹਿਲਾਂ ਟੀਚਰ ਤਾਂ ਮਨਜ਼ੂਰ ਕਰਾ ਕੇ ਲਿਓ, ਫਿਰ ਮੇਰੇ ਕੋਲ ਆਇਓ। ਉਹਨੇ ਤਾਂ ਐਵੇਂ ਫਾਰਮੈਲਿਟੀ ਕਰਨੀ ਹੁੰਦਾ, ਛੁੱਟੀ ਤਾਂ ਅਸਲ ਟੀਚਰ ਨੇ ਦੇਣੀ ਹੈ। ਪਰ ਜੋ ਨਿਯਮ ਬਣੇ ਹੋਏ ਨੇ ਭਾਈ, ਟੀਚਰ ਪਹਿਲਾਂ ਮਨਜ਼ੂਰ ਕਰੇਗਾ, ਫਿਰ ਪ੍ਰਿੰਸੀਪਲ ਅਲਾਓ ਕਰ ਦੇਗਾ, ਹਾਂ ਭਾਈ ਲਓ ਜਾਓ ਛੁੱਟੀ। ਸੋ ਇਸ ਪ੍ਰਕਾਰ ਜੇ ਗੁਰੂ ਮਹਾਰਾਜ ਰਿਕਮੈਂਡ ਕਰਨਗੇ ਵੀ ਹਾਂ ਇਹਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਫਿਰ ਕਈ ਵਾਰੀ ਗੁਰੂ ਲੈ ਸਟਰੋਂਗਲੀ ਰਿਕਮੈਂਡਡ, ਹਾਂ ਸਟਰੋਂਗਲੀ ਰਿਕਮੈਂਡਡ, ਪੂਰਾ ਬੜੀ ਚੰਗੀ ਤਰ੍ਹਾਂ ਸਿਫਾਰਿਸ਼ ਕੀਤੀ, ਦੱਬ ਕੇ ਫਲਾਣੇ ਦੱਬ ਕੇ ਸਿਫਾਰਿਸ਼ ਕੀਤੀ ਹੁੰਦੀ। ਫਿਰ ਇਸ ਤਰ੍ਹਾਂ ਹੈ ਤਾਂ ਜਾ ਕੇ ਪਰਮਾਤਮਾ ਫਿਰ ਮੰਨਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਨਕ ਧਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ, ਉਹ ਸੁਹਾਗਣ ਧਨ ਹੈ ਜਿਹਦਾ ਪ੍ਰਭੂ ਪਤੀ ਨਾਲ ਪਿਆਰ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਸੂਈਂ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ।
ਭਾ ਬਲੰਦੀ ਵਿਜਵੀ, ਅਸਲ ਸ਼ਬਦ ਹੈ ਭਾ, ਅੱਗ ਨੂੰ ਕਹਿੰਦੇ ਨੇ। ਹਾਹੇ ਨੂੰ ਸਿਆਰੀ ਇਸ ਲਈ ਲੱਗੀ ਹੈ ਕਿ ਭਾ ਜੋ ਅੱਗ ਹੈ ਇਸਤਰੀ ਲਿੰਗ ਹੈ, ਇਸ ਕਰਕੇ ਉਹਨੂੰ ਸਿਆਰੀ ਲੱਗੀ। ਜੇ ਇਹੀ ਭਾ ਸ਼ਬਦ ਲਾਈਨ ਦੇ ਐਂਡ 'ਚ ਆ ਜੇ ਤਾਂ ਕਈ ਵਾਰੀ ਤੁਕਾਂਤ ਮਿਲਾਉਣ ਲਈ ਫਿਰ ਇਹਨੂੰ ਭਾਹੇ ਪੜ੍ਹਨਾ ਪੈਂਦਾ। ਜੇ ਐਂਡ 'ਚ ਸ਼ਬਦ ਨਹੀਂ ਆਇਆ ਫਿਰ ਇਸ ਨੂੰ ਭਾ ਹੀ ਪੜ੍ਹਨਾ, ਕਿਉਂਕਿ ਅਸਲ ਉਚਾਰਨ ਹੈ ਭਾ। ਭਾ ਬਲੰਦੀ ਵਿਜਵੀ ਧੂੰ ਨਾ ਨਿਕਸਿਓ ਕਾਏ, ਇਹਨੂੰ ਪੜ੍ਹਨਾ ਹੈ ਧੂੰ, ਧੂੰ। ਭਾ ਬਲੰਦੀ ਵਿਜਵੀ ਧੂੰ ਨਾ ਨਿਕਸਿਓ ਕਾਏ, ਪੰਚੇ ਰੁੰਨੇ ਦੁੱਖ ਭਰੇ ਬਿਨ ਸੇ ਦੂਜੈ ਪਾਏ। ਸੁਈਂ ਦੇ ਡਰਾਵਨੀ ਜਾਂ ਜੀਓ ਵਿੱਚੋਂ ਜਾਏ, ਜਦੋਂ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ, ਇਹ ਸਰੀਰ ਸੁੰਨਾ ਹੋ ਜਾਂਦਾ ਅਤੇ ਡਰਾਉਣਾ ਹੁੰਦਾ। ਇਹ ਸਰੀਰ ਓਨਾ ਚਿਰ ਹੀ ਸੋਹਣਾ ਲੱਗਦਾ ਜਿੰਨਾ 'ਚ ਜਿੰਦ ਵਿੱਚ, ਜਿੰਦ ਨਿਕਲ ਗਈ ਫਿਰ ਕਹਿੰਦੇ ਕਾਢੋ ਕਾਢੋ ਹੋਈ, ਕਾਢੋ ਕਾਢੋ ਹੋਏ। ਜੇ ਮੈਂ ਜਿੰਨੇ ਵੀ ਰਿਸ਼ਤੇਦਾਰ ਮਰੇ, ਮਾਂ ਬਾਪ ਹੋਰ ਭਰਾ, ਕਿਸੇ ਦਾ ਮਰੇ ਦਾ ਮੈਂ ਅੱਜ ਤੱਕ ਮੂੰਹ ਨਹੀਂ ਵੇਖਿਆ। ਮੈਂ ਕਿਸੇ ਡੈਡ ਬੋਡੀ ਦਾ ਮੂੰਹ ਹੀ ਨਹੀਂ ਵੇਖਿਆ, ਨਹੀਂ ਜੇ ਕਈ ਮਰਨ ਵੇਲੇ ਲੱਗਦੇ ਵੇਖਣ। ਮੈਂ ਸਾਰੀ ਉਮਰ ਵੇਖਦਿਆਂ ਹੋ ਗਈ, ਹੁਣ ਕੋ ਪਤਾ ਹੋ ਜਾਏਗਾ, ਹੁਣ ਕੀ ਵੇਖਣਾ। ਸਾਰੀ ਉਮਰ ਮਾਂ ਨੂੰ ਵੇਖਦੇ ਰਹੋ, ਮਰੀ ਨੂੰ ਕੀ ਵੇਖਣਾ, ਮਰ ਕੇ ਬਸ ਗੱਲ ਖਤਮ ਹੋ ਗਈ। ਨਾ ਮੈਨੂੰ ਰੋਣਾ ਆਵੇ, ਨਾ ਮਾਂ ਦੇ ਮਰਿਆ ਰੋਣਾ ਆਇਆ, ਨਾ ਬਾਪ ਦੇ ਮਰਿਆ। 3 ਭਰਾ ਮਰ ਗਏ ਤਾਂ ਨਹੀਂ ਆਇਆ, ਹਾਂਜੀ, ਭਤੀਜੇ ਮਰ ਗਏ ਤਾਂ ਨਹੀਂ ਆਇਆ, ਮੈਨੂੰ ਰੋਣਾ ਹੀ ਨਹੀਂ ਆਉਂਦਾ। ਦੂਜੇ ਸਾਰੇ ਰੋਈ ਜਨ, ਮੈਂ ਬੈਠਾ ਆਰਾਮ ਨਾਲ। ਕਹਿੰਦੇ ਬਈ ਤੂੰ ਕਿ ਤੈਨੂੰ ਦੁੱਖ ਨਹੀਂ ਹੈ? ਮੈਂ ਦੁੱਖ ਹੈ, ਮੇਰੀ ਮਾਂ ਮਰ ਗਈ, ਮੇਰਾ ਬਾਪ ਮਰ ਗਿਆ। ਭਾ ਬਲੰਦੀ ਵਿਜਵੀ, ਜਿਹੜੀ ਇਹਦੇ ਅੰਦਰ ਪਰਮਾਤਮਾ ਦੀ ਜੋਤ ਜਗਦੀ ਸੀ ਨਾ, ਅੱਗ ਬਲਦੀ ਸੀ, ਉਹ ਬੁਝ ਗਈ। ਵਿਜਵੀ ਮੈਨੇ ਬੁਝ ਗਈ। ਭਾਵੇਂ ਦੇ ਅੰਦਰ ਜਿਹੜੀ ਰੱਬੀ ਜੋਤ ਜਗਦੀ ਸੀ ਉਹ ਬੁਝ ਗਈ। ਧੂੰ ਨਾ ਨਿਕਸਿਓ ਕਾਏ, ਜਿਵੇਂ ਅੱਗ ਬੁਝੇ ਤੇ ਧੂੰ ਤੇ ਨਿਕਲਦੇ ਨਾ, ਪਰ ਕਹਿ ਧੂੰ ਵੀ ਕੋਈ ਨਹੀਂ ਨਿਕਲਿਆ, ਪਰ ਹੁਣ ਸਵਾਸ ਵੀ ਕੋਈ ਨਹੀਂ ਨਿਕਲ ਰਿਹਾ, ਕਿ ਜਿੰਦ ਹੀ ਨਿਕਲ ਗਈ ਹੈ। ਅੰਦਰ ਜਿਹੜੀ ਜੋਤ ਜਗਦੀ ਸੀ ਪਰਮਾਤਮਾ ਦੀ ਬੁਝ ਗਈ ਹੈ, ਹੁਣ ਸਵਾਸ ਵੀ ਕੋਈ ਆ ਜਾ ਨਹੀਂ ਰਿਹਾ। ਪੰਚੇ ਰੁੰਨੇ ਦੁੱਖ ਭਰੇ ਬਿਨ ਸੇ ਦੂਜੇ ਪਾਏ, ਜਿਹੜੀ 5 ਇੰਦਰੀਆਂ ਸਨ ਸਾਡੀਆਂ, ਅੱਖਾਂ, ਕੰਨ, ਨੱਕ, ਜੀਭ, ਇੰਦਰੀਆਂ ਸਾਡੀਆਂ, ਪਹਿਲਾਂ ਅਸੀਂ ਇਹਨਾਂ ਦੇ ਅਧੀਨ ਸੀ। ਕਦੇ ਕਹਿੰਦੇ ਸੀ ਗਜਰੇਲਾ ਖਾਓ, ਕਦੇ ਕਹਿੰਦੇ ਆਹ ਖਾਓ, ਕਦੇ ਕਹਿੰਦੇ ਆਹ ਪਹਿਨੋ, ਕਦੇ ਕਹਿੰਦੇ ਆਹ ਗੰਦੇ ਗੀਤ ਨੇ ਸੁਣ, ਕਿੰਨਾ ਨਜ਼ਾਰਾ ਹੁੰਦਾ ਹੈ। ਕਦੇ ਕੁਛ ਕਦੇ ਕੁਛ, ਅੱਖਾਂ ਰੰਗ ਤਮਾਸ਼ੇ ਵੇਖ ਕੇ ਖੁਸ਼ ਹਨ, ਕੰਨ ਗੰਦੇ ਗੀਤ ਸੁਣ ਕੇ ਖੁਸ਼ ਹਨ, ਜੀਭ ਜਿਹੜੇ ਪਦਾਰਥ ਖਾ ਕੇ ਖੁਸ਼ ਸੀ। ਉਹ ਹੁਣ ਪੰਜੇ ਰੋਂਦੇ ਨੇ, ਉਹ ਗਏ ਹੁਣ ਸਾਰੇ। ਪੰਚੇ ਰੁੰਨੇ ਦੁੱਖ ਭਰੇ, ਦੁੱਖ ਨਾ ਭਰੇ ਹੋਏ ਉਹਨੂੰ ਰੋ ਰਹੇ ਨੇ, ਅੰਦਰ ਇੰਦਰੀਆਂ ਰੋ ਰਹੀਆਂ ਨੇ। ਬਿਨ ਸੇ ਦੂਜੇ ਪਾਏ, ਕਿਉਂਕਿ ਇੰਦਰੀਆਂ ਨੇ ਰੱਬ ਨੂੰ ਤਾਂ ਪਿਆਰ ਹੀ ਨਹੀਂ ਕੀਤਾ, ਇਹ ਤਾਂ ਹੋਰ ਪਦਾਰਥਾਂ ਨੂੰ ਪਿਆਰ ਕਰਦੀਆਂ ਰਹੀਆਂ, ਇਸ ਲਈ ਹੁਣ ਰੋ ਰਹੀਆਂ ਹਨ। ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ। ਮੂੜੇ, ਹੇ ਮੂਰਖਾ, ਰਾਮ ਜਪੋ, ਪਰਮਾਤਮਾ ਦਾ ਨਾਮ ਜਪੋ, ਗੁਣ ਸਾਰ ਦਾ ਯਾਦ ਕਰਨਾ, ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ, ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ। ਬਈ ਪਰਮਾਤਮਾ ਨੇ ਮੈਨੂੰ ਕੀ ਦਿੱਤਾ ਹੈ, ਮੈਨੂੰ ਪਰਮਾਤਮਾ ਨੇ ਕੀ ਦਿੱਤਾ ਹੈ, ਉਹਨੂੰ ਯਾਦ ਕਰੋ, ਆਪੇ ਹੀ ਫਿਰ ਉਹਦੇ ਨਾਲ ਪਿਆਰ ਹੋ ਜਾਏ। ਵੀ ਦੇਖੋ ਪਰਮਾਤਮਾ ਰਹਿਣ ਨੂੰ ਕੋਠੀ ਦਿੱਤੀ ਹੈ, ਬਾਲ ਬੱਚੇ ਦਿੱਤੇ ਨੇ, ਨੌਕਰੀ ਦਿੱਤੀ ਆ, ਖਾਣ ਪੀਣ ਦੇ ਸਾਧਨ ਦਿੱਤੇ ਨੇ, ਕੱਪੜੇ ਦਿੱਤੇ ਨੇ, ਕਿੰਨਾ ਕੁਛ ਪਰਮਾਤਮਾ ਨੇ ਦਿੱਤਾ ਹੈ, ਕਿੰਨਾ ਕੁ। ਜਿਵੇਂ ਇੱਕ ਬੰਦਾ ਫੌਰਨ ਤੋਂ ਕਹਿੰਦਾ ਬਾਬਾ ਮੈਂ ਤੁਹਾਨੂੰ 51,000 ਰੁਪਏ ਦੇਣਾ ਤੁਹਾਡੇ ਜਨਮ ਦਿਨ 'ਤੇ, ਤੁਹਾਡੇ ਲਈ ਹੈ। ਮੈਂ ਭਰਾਵਾ ਮੇਰੀ ਗੱਲ ਸੁਣ, ਘਰ ਮੇਰੇ ਕੋਲ ਆਪਣਾ ਰਹਿਣ ਨੂੰ ਹੈ, 3 ਹੀ ਚੀਜ਼ਾਂ ਬੰਦੇ ਨੂੰ ਚਾਹੀਦੀਆਂ, ਰੋਟੀ, ਕੱਪੜਾ, ਮਕਾਨ।
ਮਕਾਨ ਮੇਰਾ ਹੈ, ਰੋਟੀ ਵੀ ਮੈਨੂੰ ਸੰਗਤ ਖਵਾਉਂਦੀ ਹੈ ਅਤੇ ਕੱਪੜਾ ਵੀ ਸੰਗਤ ਖਵਾਉਂਦੀ ਹੈ, ਅਤੇ ਮੈਂ 51,000 ਦਾ ਦੱਸ ਕੀ ਕਰਨਾ? ਨਾ ਜੀ, ਕਹਿੰਦਾ ਬਸ ਮੈਂ ਤਾਂ ਤੁਹਾਡੇ ਜਨਮ ਦਿਨ ਤੁਹਾਨੂੰ ਦੇਣਾ, ਚਾਹੇ ਜਿਹੜਾ ਹੈ ਬਦਾਮ ਖਾਓ, ਚਾਹੇ ਜੋ ਮਰਜ਼ੀ ਖਾਓ, ਮੈਂ ਬੁਢਾਪੇ 'ਚ ਉਹ ਵੀ ਨਹੀਂ ਖਾ ਹੁੰਦੇ, ਕੋਲੈਸਟਰੋਲ ਵੱਧਦੇ ਨੇ। ਪਿਆਰ ਹੈ, ਪਿਆਰ ਵਜੋਂ ਭੇਜਦੇ ਨੇ। ਨਹੀਂ, ਕਹਿੰਦਾ ਮੈਂ ਤਾਂ ਭੇਜਣਾ, ਜਿਵੇਂ ਮਰਜ਼ੀ ਤੁਹਾਡੇ ਵਰਤਾ ਜੀ। ਸੋ ਇਸ ਲਈ ਕਹਿੰਦੇ ਮੂੜੇ ਰਾਮ ਜਪੋ ਗੁਣਸਾਰ, ਕਹਿੰਦੇ ਪ੍ਰਮਾਤਮਾ ਦਾ ਨਾਮ ਜਪੋ, ਉਹਦੇ ਗੁਣਾਂ ਨੂੰ ਯਾਦ ਰੱਖੋ। ਫਿਰ ਇਹ ਤਾਂ ਗੁਣ ਹੀ ਨਾ ਪਰਮਾਤਮਾ ਦਾ, ਵੀ ਬੈਠਾ 51,000 ਰੁਪਏ ਭੇਜਤੇ ਅਗਲੇ ਨੂੰ, ਮੈਂ ਕੁਛ ਕੀਤਾ ਹੀ ਨਹੀਂ ਹੈਗਾ। ਇਹ ਉਹਦਾ ਰੱਬ ਦੇ ਦਾਤ ਦੀ ਕਿਰਪਾ ਨਾ। ਫਿਰ ਮੈਂ ਹੱਸ ਰਿਹਾ, ਨਾਲ ਮੈਂ ਕਹਿ ਰਿਹਾ ਮੈਂ ਰੱਬ ਵੀ ਕਮਾਲ ਦੀ ਚੀਜ਼ ਹੈ, ਇਹ ਵੀ ਹੋਰ ਮੀਂਹ ਉੱਥੇ ਹੀ ਪਾਉਂਦਾ ਜਿੱਥੇ ਪਹਿਲਾਂ ਹੀ ਪਾਣੀ ਹੈ, ਇਹ ਟਿੱਬਿਆਂ 'ਤੇ ਵੀ ਮੀਂਹ ਨਹੀਂ ਪਾਉਂਦਾ। ਇਹ ਅਮੀਰ ਨੂੰ ਹੀ ਹੋਰ ਅਮੀਰ ਕਰਦਾ, ਗਰੀਬ ਵਿਚਾਰਾ ਝਾਕਦਾ ਹੀ ਰਹਿ ਜਾਂਦਾ ਹੈ। ਪਰਮਾਤਮਾ ਕਹਿੰਦਾ ਤੂੰ ਮੇਰਾ ਨਾਮ ਜਪਦਾ ਹੈ, ਇਸ ਕਰਕੇ ਮੈਂ ਤੂੰ ਭੇਜਦਾ ਹਾਂ। ਉੱਤੋਂ ਤਾਂ ਉਹਨੇ ਸੁੱਟਣ ਨਹੀਂ ਹੁੰਦੇ, ਸਾਧਨ ਬਣਾਉਣਾ ਹੁੰਦਾ ਉਹਨੇ। ਹਾਂ, ਸੋ ਇਸ ਲਈ ਕਹਿੰਦੇ ਗੁਣਾਂ, ਉਹਦੇ ਗੁਣਾਂ ਨੂੰ ਯਾਦ ਕਰ, ਜਿਹੜੇ ਉਸ ਤੋਂ ਸਾਨੂੰ ਲਾਭ ਨੇ ਨਾ, ਉਹਨੂੰ ਯਾਦ ਕਰ, ਉਹਦਾ ਨਾਮ ਜਪ। ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਇਹ ਸੰਸਾਰ ਹਉਮੈ 'ਚ ਹੈ, ਮਮਤਾ ਮੋਹ 'ਚ ਹੈ, ਮੋਹਣੀ ਮਾਇਆ ਦੇ ਵਿੱਚ ਹੈ। ਸਾਰਨ ਇਸ ਮਾਇਆ ਨੇ, ਹੰਕਾਰ ਨੇ, ਹਉਮੈ ਨੇ, ਮਮਤਾ ਨੇ ਮੁੱਠੀ ਠੱਗ ਲਿਆ ਹੈ। ਸਾਰੇ ਇਹਦੇ ਠੱਗੇ ਹੋਏ ਹਨ, ਇਹਨਾਂ ਦੇ ਵੱਸ 'ਚ ਹੋ ਗਏ ਨੇ, ਰੱਬ ਨੂੰ ਭੁੱਲ ਭੁਲਾ ਗਏ ਨੇ। ਕਹਿੰਦੇ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚ ਮੂਏ, ਅੰਤਰ ਤ੍ਰਿਸ਼ਨਾ ਅਗ, ਗੁਰ ਰਾਖੇ ਸੇ ਉਭਰੇ, ਹੋਰ ਮੁੱਠੀ ਧੰਦਾ ਠੱਗ। ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਰੱਬ ਨੂੰ ਛੱਡ ਕੇ ਹੋਰ ਕੰਮ 'ਚ ਲੱਗ ਪਿਆ, ਮਾਇਕ ਕੰਮਾਂ 'ਚ ਲੱਗ ਕੇ ਰੱਬ ਨੂੰ ਵਿਸਾਰ ਦਿੱਤਾ ਹੈ। ਫਿਰ ਕੀ ਹੋਇਆ? ਦੁਬਿਧਾ ਲਾਗੇ ਪਚ ਮੂਏ, ਉਹਨਾਂ ਦੇ ਅੰਦਰ ਦੁਬਿਧਾ ਪੈਦਾ ਹੋ ਗਈ, ਉਹਨਾਂ ਦੇ ਅੰਦਰ ਦਵੈਤ ਭਾਵਨਾ ਪੈਦਾ ਹੋ ਗਈ। ਇਹ ਆਪਣਾ ਜੀ, ਇਹ ਬੇਗਾਨਾ ਹੈ, ਇਹ ਚੰਗਾ ਹੈ, ਇਹ ਮਾੜਾ ਹੈ। ਇਸ ਤਰ੍ਹਾਂ ਜੋ ਦੋ ਵਿਚਾਰ ਹੁੰਦੇ ਉਹਨੂੰ ਕਹਿੰਦੇ ਦੁਬਿਧਾ। ਪਚ ਮੂਏ, ਖੁਆਰ ਹੋ ਕੇ ਮਰ ਗਏ। ਕਿਉਂ? ਅੰਤਰ ਤ੍ਰਿਸ਼ਨਾ ਆ ਗਈ। ਪਰਮਾਤਮਾ ਦੇ ਨਾਮ ਨੇ ਤ੍ਰਿਸ਼ਨਾਵਾਂ ਖਤਮ ਕਰਨੀਆਂ ਸਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪੜ੍ਹ ਦੇਣਾ ਜੀ। ਨਾਮ ਜਪ ਕੇ ਤ੍ਰਿਸ਼ਨਾ ਖਤਮ ਹੋਣੀ ਸੀ, ਨਾਮ ਜਪੇ ਨਹੀਂ, ਅੰਦਰ ਤ੍ਰਿਸ਼ਨਾਵਾਂ ਦੀ ਅੱਗ ਹੈ। ਇਸ ਕਰਕੇ ਉਹਦੇ ਵਿੱਚ ਸੜ ਸੜ ਕੇ ਖੁਆਰ ਹੋਈ ਜਾਂਦੀ। ਗੁਰ ਰਾਖੇ ਸੇ ਉਭਰੇ, ਹਾਂ, ਕੌਣ ਬਚੇ ਇਸ ਤ੍ਰਿਸ਼ਨਾ ਦੀ ਅੱਗ ਤੋਂ? ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ। ਗੁਰੂ ਸਾਡੀ ਰੱਖਿਆ ਤਾਂ ਹੀ ਕਰੇਗਾ ਜੇ ਅਸੀਂ ਗੁਰੂ ਵਾਲੇ ਹੋਵਾਂਗੇ। ਟੀਚਰ ਆਪਣੇ ਸਟੂਡੈਂਟ ਦਾ ਪੱਖ ਪੂਰਦਾ, ਨਾ ਕਿ ਦੂਜੇ ਸਕੂਲਾਂ ਦਾ। ਦੋ ਵਿਦਿਆਰਥੀ ਲੜ ਪਏ ਨੇ ਆਪਸ 'ਚ, ਇੱਕ ਮੇਰਾ ਵਿਦਿਆਰਥੀ ਕਿਸੇ ਹੋਰ ਸਕੂਲ ਦਾ, ਮੈਂ ਉੱਥੋਂ ਕੋਲੋਂ ਲੰਘ ਰਿਹਾ ਤਾਂ ਮੈਂ ਆਪਣੇ ਵਿਦਿਆਰਥੀ ਸਪੋਰਟ ਕਰਾਂਗਾ ਵੀ ਹਾਂ ਇਹ ਮੇਰਾ ਵਿਦਿਆਰਥੀ ਹੈ। ਐਂ ਗੁਰੂ ਵੀ ਕਹਿੰਦਾ ਮੇਰਾ ਸਿੱਖ ਹੈ, ਮੇਰਾ ਸਿੱਖ ਹੈ। ਇੱਕ ਵਾਰੀ ਤਾਂ ਮੈਂ ਉਸ ਨੂੰ ਛਡਾਵਾਂਗਾ ਨਾ ਲੜਦਿਆਂ ਨੂੰ, ਬਾਅਦ 'ਚ ਮੈਂ ਪੁੱਛਿਆ ਕਿਉਂ ਲੜ ਰਹੇ ਹੋ? ਭਾਵੇਂ ਪਤਾ ਹੀ ਹੋਵੇ ਮੇਰੇ ਸਟੂਡੈਂਟ ਦਾ ਕਸੂਰ ਹੈ, ਬਾਅਦ 'ਚ ਪਤਾ ਲੱਗੂ। ਇੱਕ ਵਾਰੀ ਛਡਾਵਾਂਗਾ ਨਾ, ਇੱਕ ਵਾਰੀ ਤਾਂ ਅਸੀਂ ਮਦਦ ਕਰਾਂਗਾ ਨਾ। ਇਸ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਸਿੱਖ ਹੋਵਾਂਗੇ, ਫਿਰ ਔਖ ਵੇਲੇ ਗੁਰੂ ਮਹਾਰਾਜ ਵੀ ਸਾਡੀ ਸਹਾਇਤਾ ਕਰਨਗੇ। ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੇ ਗੁਰੂ ਦੀ ਰੱਖਿਆ, ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਕਹਿੰਦੇ ਉਹ ਤ੍ਰਿਸ਼ਨਾਵਾਂ ਦੀ ਅੱਗ ਤੋਂ ਬਚ ਗਏ। ਹੋਰ ਮੁੱਠੀ ਧੰਦਾ ਠੱਗ, ਹੋਰ ਸੰਸਾਰਕ ਧੰਦਿਆਂ 'ਚ ਲੱਗ ਕੇ ਠੱਗੇ ਗਏ, ਮੁੱਠੇ ਗਏ। ਮੁੱਠੀ ਮੈਨੇ ਠੱਗੀ ਗਈ, ਠੱਗ ਮੈਂ ਠੱਗੀ। ਉਹ ਦੂਜੇ ਧੰਦਿਆਂ 'ਚ ਲੱਗ ਕੇ ਨਾਮ ਨਹੀਂ ਜਪਿਆ, ਹੋਰ ਸੰਸਾਰੀ ਧੰਦਿਆਂ 'ਚ ਲੱਗ ਕੇ ਉਹ ਠੱਗੇ ਗਏ। ਪਰ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਰੱਖਿਆ ਗੁਰੂ ਮਹਾਰਾਜ ਨੇ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।